नमस्ते सत श्री अकाल साਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਮੇਰਾ ਨਾਮ ਹੈ ਜਸਮੀਤ ਸਿੰਘ ਅਤੇ ਤੁਸੀਂ ਮੇਰੇ ਨਾਲ ਸਟਾਰਟ ਕਰਨ ਜਾ ਰਹੇ ਹੋ ਇਹ ਬੂਸਟਰ ਕਲਾਸਿਸ ਫॉर ਜੀਕੇ ਦੇ ਵਿੱਚ ਜਿਹੜੇ ਕਿ ਮਤਲਬ ਕਿ ਸਾਡੇ ਇਦਾਂ ਦੇ ਇੰਪੋਰਟੈਂਟ ਕੁਐਸਚਨਸ ਹੁੰਦੇ ਨੇ ਜੋ ਹਰ ਐਗਜ਼ਾਮ ਲਈ ਹਰੇਕ ਤਰ੍ਹਾਂ ਦਾ ਕੋਈ ਵੀ ਟੈਸਟ ਜੋ ਜੌਬ ਵਾਸਤੇ ਦਿੰਦੇ ਆ ਉਹ ਹਰ ਪਾਸੇ ਲਈ ਉਹ ਕੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਉਹਦੇ ਵਿੱਚੋਂ ਅੱਜ ਅਸੀਂ ਕਰਨ ਜਾ ਰਹੇ ਹਾਂ ਇੰਡੀਆ ਦੀਆਂ ਕੈਪੀਟਲਸ, ਨੰਬਰ ਆਫ ਇੰਡੀਅਨ ਐਮਪੀਜ਼ ਹਰੇਕ ਸਟੇਟ ਚੋਂ ਕਿੰਨੇ ਮਿਲਦੇ ਆ, ਹਰੇਕ ਸਟੇਟ ਦੇ ਵਿੱਚੋਂ ਸਾਨੂੰ ਕਿੰਨੇ ਨੰਬਰ ਆਫ ਜਿਹੜੇ ਕੀ ਆ MLAs ਚਾਹੀਦੇ ਆ ਉਹਨਾਂ ਦੇ CM ਬਣਾਉਣ ਦੇ ਲਈ। ਨਾਲੋਂ ਨਾਲ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਜਾਣਕਾਰੀ ਦਿੰਦਾ ਰਵਾਂਗਾ ਕਿ ਜਿੱਦਾਂ ਕਿ ਬਾਰਡਰਸ ਕਿਹੜੇ ਕਿਹੜੇ ਹੈਗੇ ਆ, ਕਿਹੜੀ ਸਟੇਟਸ ਨਾਲ ਕਿਹੜੇ ਬਾਰਡਰ ਲੱਗਦੇ ਆ, ਮਤਲਬ ਕਿ ਉਹੀ ਜੀ ਜਾਣਕਾਰੀ ਜਿਹੜੀ ਐਗਜ਼ਾਮ ਦੇ ਪਰਪਸ ਲਈ ਛੋਟੀ ਛੋਟੀ ਹੁੰਦੀ ਆ ਤੇ ਸਾਨੂੰ ਬੜੀ ਜ਼ਰੂਰੀ ਤਰੀਕੇ ਦੇ ਨਾਲ ਚਾਹੀਦੀ ਆ। ਪੂਰੀ ਜਾਣਕਾਰੀ ਲੈਣ ਦੇ ਲਈ, ਪੂਰੀ ਡਿਟੇਲ ਦੇ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ। ਨਾਲੋਂ ਨਾਲ ਐਂਡ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਡਾ ਟੈਲੀਗ੍ਰਾਮ ਚੈਨਲ JAE ਕਲਾਸਿਸ ਦਾ ਉੱਥੇ ਮਿਲ ਜਾਏਗਾ। ਤੁਸੀਂ ਟੈਲੀਗ੍ਰਾਮ ਦੇ ਉੱਤੇ ਸਰਚ ਕਰ ਸਕਦੇ ਹੋ, ਡੇਲੀ ਨਿਊਜ਼ਪੇਪਰ ਦੀਆਂ ਕਟਿੰਗਸ ਜੋ ਕਿ ਡੈਡਲੀ ਇੰਪੋਰਟੈਂਟ ਹੁੰਦੀਆਂ ਨੇ ਤੁਹਾਨੂੰ ਉੱਥੇ ਮਿਲ ਜਾਣਗੀਆਂ। ਨਾਲੋਂ ਨਾਲ ਹੋਰ ਜਾਣਕਾਰੀ ਲਈ ਤੁਸੀਂ ਮੈਨੂੰ WhatsApp ਨੰਬਰ 'ਤੇ ਵੀ ਸੰਪਰਕ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ। ਤੁਸੀਂ ਓਨਲੀ ਟੈਕਸਟ ਓਨਲੀ ਲਈ ਅਵੇਲੇਬਲ ਹੈਗਾ ਆ, ਟੈਕਸਟ ਓਨਲੀ ਨੰਬਰ ਹੈ। ਤੁਸੀਂ ਇੱਥੇ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਕਲਾਸਿਸ ਦੇ ਬਾਰੇ, ਕਿੰਨੀਆਂ ਵੀਡੀਓਜ਼ ਆਉਣਗੀਆਂ, ਕੀ ਸਿਲੇਬਸ ਆ ਕਿਸੇ ਚੀਜ਼ ਦਾ, ਕੀ ਹੈਗਾ ਆ, ਤੁਹਾਨੂੰ ਹਰ ਚੀਜ਼ ਵੈਸੇ ਤਾਂ ਟੈਲੀਗ੍ਰਾਮ ਦੇ ਉੱਤੇ ਤੁਹਾਨੂੰ ਸਭ ਕੁਝ ਮਿਲ ਜਾਏਗਾ। ਜੇ ਐਕਸਟਰਾ ਕੁਝ ਪੁੱਛਣਾ ਚਾਹੁੰਦੇ ਹੋ ਤਾਂ WhatsApp ਦੇ ਉੱਤੇ ਟੈਕਸਟ ਕਰੋ, ਵੀ ਕੈਨ ਰਿਪਲਾਈ ਯੂ। ਠੀਕ ਹੈ ਜੀ। ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸਟਾਰਟ ਕਰਦੇ ਹਾਂ ਆਪਣੀ ਕਲਾਸ। ਸੋ ਇੰਡੀਆ ਜਿਹੜਾ ਹੈਗਾ ਆ ਕਿ ਆਫਟਰ 2019 ਖਤਮ ਹੁੰਦੇ ਹੁੰਦੇ ਸਾਰੀ ਇੰਡੀਆ ਦੇ ਵਿੱਚ ਟੋਟਲ 28 ਸਟੇਟਸ ਹੋ ਗਈਆਂ ਸੀ ਅਤੇ ਇਹ 28 ਸਟੇਟਸ ਅਤੇ ਨਾਲੋਂ ਨਾਲ ਸਾਡੇ ਇੰਡੀਆ ਦੇ ਵਿੱਚ ਟੋਟਲ ਨੰਬਰ ਆਫ UTs ਜਿਹਨੂੰ ਅਸੀਂ ਯੂਨੀਅਨ ਟੈਰੀਟਰੀਜ਼ ਕਹਿ ਦਿੰਦੇ ਆ, ਦੈਟ ਵੀ ਹੈਵ 8 ਯੂਨੀਅਨ ਟੈਰੀਟਰੀਜ਼। ਸਭ ਤੋਂ ਪਹਿਲਾਂ ਤਾਂ ਸਭ ਤੋਂ ਕਨਫਿਊਜ਼ਨ ਦਾ ਪਾਰਟ ਹੀ ਇੱਥੇ ਹੈ। ਬਹੁਤ ਜਣੇ ਇਹ ਸੋਚਦੇ ਆ ਇੰਡੀਆ ਦੇ ਵਿੱਚ 9 ਯੂਨੀਅਨ ਟੈਰੀਟਰੀਜ਼ ਆ ਲੇਕਿਨ 8 ਨੇ। ਅਸਲੀਅਤ ਦੇ ਵਿੱਚ ਪੇਪਰ ਲਈ ਇਹ ਵੀ ਇੰਪੋਰਟੈਂਟ ਆ ਕਿ 8 ਆ ਜੀ 9 ਆ ਜੀ, ਉਹਦੇ ਪਿੱਛੇ ਵੀ ਮੈਂ ਕਾਰਨ ਦਿੰਦੇ ਅਨੁਸਾਰ ਤੁਹਾਨੂੰ ਇਹ ਦੱਸਦਾ ਜਾਊਂਗਾ ਕਿ ਕਿਹਦਾ ਬਾਰਡਰ ਕਿਹੜੀਆਂ ਯੂਨੀਅਨ ਟੈਰੀਟਰੀਜ਼ ਆ, ਕਿੱਥੇ ਕਿੱਥੇ ਉਹਨਾਂ ਦੀ ਪੋਜੀਸ਼ਨਿੰਗ ਹੈ। ਯਾਦ ਕਰਨ ਦੇ ਫੰਡੇ ਦੇ ਲਈ ਹਰੇਕ ਚੀਜ਼ ਦੇ ਮੈਪ ਦੇ ਵਿੱਚ ਆਪਾਂ ਉਹਨਾਂ ਦੀ ਸਟੇਟਸ 'ਤੇ ਨਜ਼ਰ ਮਾਰਾਂਗੇ, ਇਹਨਾਂ ਦੀਆਂ ਜ਼ੋਨਸ ਨੂੰ ਯਾਦ ਕਰਾਂਗੇ ਅਤੇ ਇੰਡੀਅਨ ਬਾਰਡਰ ਜਿਹੜਾ ਕਿ ਕਿਹੜੀ ਕਿਹੜੀ ਕੰਟਰੀ ਦੇ ਨਾਲ ਲੱਗਦਾ ਹੈ ਅਤੇ ਕਿੰਨਾ ਕਿੰਨਾ ਲੱਗਦਾ ਹੈ, ਇਹ ਸਾਰੀਆਂ ਚੀਜ਼ਾਂ ਵੀ ਅਸੀਂ ਇਹਦੇ ਉੱਤੇ ਕਰਾਂਗੇ। ਠੀਕ ਹੈ ਜੀ। ਸੋ ਜ਼ਿਆਦਾ ਡਿਲੇ ਨਾ ਕਰਦੇ ਹੋਏ ਆਪਾਂ ਕੀ ਕਰਦੇ ਹਾਂ, ਆਪਣੀ ਵੀਡੀਓ ਨੂੰ ਸਟਾਰਟ ਕਰਦੇ ਹਾਂ। ਇੰਡੀਆ ਹੈਜ਼ ਅਪਰੋਕਸੀਮੇਟਲੀ ਨਹੀਂ ਪਰਫੈਕਟਲੀ ਸਾਡੇ ਕੋਲ ਇੰਡੀਆ ਕੋਲ 28 ਸਟੇਟਸ ਨੇ। 28 ਸਟੇਟਸ ਨੇ। ਪਹਿਲੀ ਸਟੇਟ ਅਸੀਂ ਸੀਰੀਅਲ ਆਰਡਰ ਵਿੱਚ ਅਰੇਂਜ ਕੀਤੀ ਹੈ, ਦੈਟ ਇਜ਼ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਦੀ ਕੈਪੀਟਲ ਹੈਗੀ ਹੈ ਜੀ ਅਮਰਾਵਤੀ ਅਤੇ ਗਵਰਨਰ ਇਹਨਾਂ ਦੇ ਹੈਗੇ ਆ ਵਿਸ਼ਵ ਭੂਸ਼ਣ ਹਰੀਚੰਦਰਨ। CM ਜਿਹੜੇ ਹੈ YS ਜਗਮੋਹਨ ਰੈਡੀ। ਮੋਸਟਲੀ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਨਾਮ ਯਾਦ ਕਰਨ ਦੀ ਪ੍ਰੋਬਲਮ ਆਉਂਦੀ ਹੈ, ਉਹਨਾਂ ਨਾਮ ਲਈ ਮੈਂ ਪਹਿਲਾਂ ਹੀ ਇੱਕ ਸਟਾਰਟਿੰਗ 'ਚ ਕਲੀਅਰ ਕਰ ਦਿੰਦਾ ਕਿ ਮੋਸਟਲੀ ਸਾਊਥ ਇੰਡੀਅਨ ਨੇਮਸ ਜੋ ਅਸੀਂ ਫਿਲਮਾਂ ਵਿੱਚ ਦੇਖਦੇ ਹਾਂ ਉੱਦਾਂ ਦੇ ਹੀ ਨਾਮ ਨੇ ਅਤੇ ਤੁਹਾਨੂੰ 3 ਨਾਮ ਹੀ ਮਿਲਣੇ ਆ। ਇੱਕ ਪੌਂਡੂਚੇਰੀ ਦਾ ਮਿਲ ਗਿਆ, ਇੱਕ ਆਂਧਰਾ ਪ੍ਰਦੇਸ਼ ਦਾ ਮਿਲ ਜਾਏਗਾ ਅਤੇ ਇੱਕ ਜਿਹੜਾ ਹੋਏਗਾ ਉਸ ਤੋਂ ਬਾਅਦ ਸਾਡਾ ਤੇਲੰਗਾਨਾ ਦਾ ਹੋਏਗਾ। ਇਹ ਸਾਰੇ ਨਾਮ ਹੀ ਆ ਜਿਹੜੇ ਤੁਹਾਨੂੰ ਥੋੜ੍ਹੇ ਜਿਹੇ ਈਜ਼ੀਲੀ ਮਤਲਬ ਕਿ ਸਮਝ ਆ ਜਾਣਗੇ ਜੇ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਕੇ ਇਸ ਨੂੰ ਕਰੋਗੇ। ਅਤੇ ਆਪਣੇ ਕਰਨਾਟਕਾ ਦਾ ਨਾਮ ਆ ਗਿਆ। ਸੋ ਸਟਾਰਟਿੰਗ ਲਈ ਆਂਧਰਾ ਪ੍ਰਦੇਸ਼, ਅਮਰਾਵਤੀ ਇਹਨਾਂ ਦੀ ਕੈਪੀਟਲ ਹੈ ਜੀ। ਵਿਸ਼ਵ ਭੂਸ਼ਣ ਹਰੀਚੰਦਰਨ ਸਾਡੇ ਗਵਰਨਰ ਨੇ ਉੱਥੇ ਦੇ। YS ਜਗਮੋਹਨ ਰੈਡੀ ਉੱਥੇ ਦੇ ਚੀਫ ਮਿਨਿਸਟਰ ਨੇ। 175 MLA ਚਾਹੀਦੇ ਆ ਟੋਟਲ ਅਤੇ ਨਾਲੋਂ ਨਾਲ ਇਹਨਾਂ ਦੇ ਵਿੱਚ ਟੋਟਲ ਕਿੰਨੇ MP ਚਾਹੀਦੇ ਆ, MP ਹੁੰਦੇ ਆ 25। ਦੈਟ MP ਇਜ਼ ਆਲਸੋ ਨੋਨ ਐਜ਼ ਲੋਕ ਸਭਾ। ਲੋਕ ਸਭਾ ਦੇ ਵਿੱਚ ਸਾਰੇ MPs ਜਿਹੜੇ ਜਾਂਦੇ ਆ ਲੋਕ ਸਭਾ ਮੈਂਬਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਇਹ ਸਾਰੇ ਮਿਲ ਕੇ ਇੱਕ ਕਿਹਨੂੰ ਬਣਾਉਂਦੇ ਆ ਜੀ, ਸਾਡੇ ਪ੍ਰਾਈਮ ਮਿਨਿਸਟਰ ਨੂੰ ਬਣਾਉਂਦੇ ਆ, ਬਿਕੋਜ਼ ਦੇ ਕਲੈਕਟਿਵਲੀ ਜੁਆਇੰਟ ਦੈਟ। ਸੈਸ਼ਨ ਸਟਾਰਟ ਹੋ ਗਿਆ ਹੁਣ, ਵਿੱਚ ਜ਼ਿਆਦਾ ਪੌਜ਼ ਨਾ ਮਾਰਦੇ ਹੋਏ ਅਸੀਂ ਆਉਂਦੇ ਹਾਂ ਇਸ ਦੀ ਫੋਟੋ 'ਤੇ। ਸਾਡੇ ਕੋਲ ਆਂਧਰਾ ਪ੍ਰਦੇਸ਼ ਇੱਥੇ ਸਾਊਥ ਇੰਡੀਆ ਦੇ ਵਿੱਚ ਇੱਕ ਸਟੇਟ ਹੈ ਆਂਧਰਾ ਪ੍ਰਦੇਸ਼, ਇਹਦੀ ਕੈਪੀਟਲ ਅਮਰਾਵਤੀ ਹੈ। 2024 ਦੇ ਵਿੱਚ ਐਕਚੁਅਲੀ ਓਫੀਸ਼ੀਅਲੀ ਅਮਰਾਵਤੀ ਨੂੰ ਲਾਂਚ ਕੀਤਾ ਜਾਏਗਾ। ਫॉर द ਟਾਈਮਿੰਗ ਇਹਦੀ ਕੈਪੀਟਲ ਹੈਦਰਾਬਾਦ ਹੀ ਹੈ ਤੇ ਅਸੀਂ ਅਮਰਾਵਤੀ ਲਿਖ ਸਕਦੇ ਹਾਂ ਜੇ ਐਗਜ਼ਾਮ ਦੇ ਵਿੱਚ ਵੀ ਆਉਂਦਾ। ਪਰ ਜੇ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆ ਜਾਏ ਕਿ ਕਰੰਟ ਕੈਪੀਟਲ ਕਿਹੜੀ ਹੈ, ਇਸ ਵੇਲੇ ਐਕਟਿੰਗ ਕੈਪੀਟਲ ਜਾਂ ਪੁੱਛ ਲਿਆ ਜਾਵੇ ਤਾਂ ਉਹਦਾ ਨਾਮ ਹੈਦਰਾਬਾਦ ਦੇਣਾ ਹੈ, ਬਿਕੋਜ਼ ਅਮਰਾਵਤੀ ਹੈਜ਼ ਐਜ਼ ਐਨ ਐਕਟਿੰਗ ਕੈਪੀਟਲ ਜਿਹੜੀ ਹੈ ਕਿ ਉਹਦੀ ਆਂਧਰਾ ਪ੍ਰਦੇਸ਼ ਦੀ ਸਟਾਰਟ ਨਹੀਂ ਹੋਈ ਹੈ। ਉਸ ਤੋਂ ਅੱਗੇ ਸਾਡੇ ਕੋਲ ਆ ਜਾਂਦੇ ਅਰੁਣਾਚਲ ਪ੍ਰਦੇਸ਼। ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਈਟਾਨਗਰ। ਬ੍ਰਿਗੇਡੀਅਰ ਸਾਹਿਬ ਬ੍ਰਿਗੇਡੀਅਰ BD ਰਿਟਾਇਰਡ ਮਿਸ਼ਰਾ ਜਿਹੜੇ ਆ ਇੱਥੇ ਦੇ ਸਾਡੇ ਗਵਰਨਰ ਨੇ। CM ਸਾਡੇ ਹੈਗੇ ਆ ਪ੍ਰੇਮਾ ਕਾਂਦੂ ਅਤੇ MLA ਨੇ 60।
60 MLAs ਮਿਲ ਕੇ ਇੱਕ CM ਬਣਾਉਂਦੇ ਨੇ ਅਤੇ ਸਾਡੇ ਕੋਲ ਮੈਂਬਰ ਆਫ ਪਾਰਲੀਮੈਂਟ ਇੱਥੇ ਦੇ ਕਿੰਨੇ ਨੇ 2। ਆ ਜਿਹੜਾ 60 ਵਰਡ ਹੈ ਜੀ ਇਹ ਮੋਸਟਲੀ ਤੁਹਾਨੂੰ ਸਾਊਥ ਇੰਡੀਅਨ ਨਾਰਥ ਇੰਡੀਅਨ ਸਟੇਟਸ ਦੇ ਵਿੱਚ ਮਿਲ ਜਾਏਗਾ, ਕਿਉਂਕਿ ਸਾਡੇ ਇੰਡੀਆ ਦਾ ਰੂਲ ਹੈ ਕਿ ਮਿਨੀਮਮ 50 ਜਾਂ ਉਸ ਤੋਂ ਉੱਪਰ ਸਾਨੂੰ ਉਹ ਚਾਹੀਦੇ ਆ ਨੰਬਰ ਆਫ MLAs ਚਾਹੀਦੇ ਆ, 60 ਜਾਂ 60 ਤੋਂ ਉੱਪਰ ਨੰਬਰ ਆਫ MLAs ਚਾਹੀਦੇ ਆ, ਲੇਕਿਨ ਆਪਣੀਆਂ 3 ਸਟੇਟਾਂ ਦੇ ਵਿੱਚ ਘੱਟ MLA ਆ, ਫਿਰ ਉੱਥੇ ਸਰਕਾਰ ਨੇ ਉਹਨਾਂ ਨੂੰ ਅਲਾਉ ਕੀਤਾ ਹੋਇਆ ਬਿਕੋਜ਼ ਪੋਪੂਲੇਸ਼ਨ ਡੈਂਸਿਟੀ ਦੇ ਹਿਸਾਬ ਨਾਲ MLAs ਤੇ MPs ਦੀ ਚੋਣ ਹੁੰਦੀ ਆ। ਦੈਟਸ ਵਾਈ ਤੁਸੀਂ MLA ਦੇਖੋਗੇ 60 ਆ, ਲੇਕਿਨ ਫਿਰ ਵੀ MP ਸਾਨੂੰ ਕਿੰਨੇ ਮਿਲ ਜਾਂਦੇ ਆ 2 ਮਿਲ ਜਾਂਦੇ ਆ। ਅੱਗੇ ਸਾਡੇ ਕੋਲ ਨਵੀਂ ਆ ਜਾਂਦੀ ਹੈ ਜੀ ਅਸਾਮ ਦਾ, ਦੋਵਾਂ ਨੂੰ ਇਕੱਠਿਆਂ ਨੂੰ ਮੈਪ ਦੇ ਵਿੱਚ ਮੈਂ ਦਰਸਾ ਦੂੰਗਾ ਜੀ। ਅਗਲਾ ਆ ਜਾਂਦਾ ਹੈ ਅਸਾਮ। ਅਸਾਮ ਦੀ ਕੈਪੀਟਲ ਹੈ ਸਾਡੇ ਕੋਲ ਦਿਸਪੁਰ ਅਤੇ ਇੱਥੇ ਦੇ ਗਵਰਨਰ ਨੇ ਸਾਡੇ ਕੋਲ ਜਗਦੀਸ਼ ਮੁਖੀ, CM ਹਿਮੰਤ ਬਿਸਵਾ ਸ਼ਰਮਾ ਅਤੇ ਟੋਟਲ MLAs 126 ਅਤੇ ਮੈਂਬਰ ਆਫ ਪਾਰਲੀਮੈਂਟ 14 ਇੱਥੋਂ ਮਿਲਦੇ ਆ। ਹੁਣ ਚੱਲਦੇ ਹਾਂ ਜੀ ਆਪਾਂ ਫੋਟੋ ਦੇ ਉੱਤੇ। ਫੋਟੋ ਦੇ ਉੱਤੇ ਜੇ ਅਸੀਂ ਦੇਖਾਂਗੇ ਦਿਸ ਇਜ਼ ਅਸਾਮ, ਇਹ ਸਾਡਾ ਅਸਾਮ ਹੈ, ਠੀਕ ਹੈ ਜੀ। ਆ ਸਾਰਾ ਦਾ ਸਾਰਾ ਸਾਡੇ ਕੋਲ ਜੀ ਅਸਾਮ। ਅਸਾਮ ਜਿਹੜਾ ਆ ਇਹ ਸਾਡੇ ਇਹਦੀ ਕੈਪੀਟਲ ਕੀ ਹੈ ਦਿਸਪੁਰ, ਅਸਾਮ ਦੀ ਕੈਪੀਟਲ ਹੈ। ਅਤੇ ਨਾਲੋਂ ਨਾਲ ਅਸੀਂ ਇਹਦੇ ਕੋਲ ਚੱਲਦੇ ਹਾਂ ਅਰੁਣਾਚਲ ਪ੍ਰਦੇਸ਼, ਬਿਲਕੁਲ ਉੱਪਰਲੀ ਸਾਈਡ ਤੇ ਅਰੁਣਾਚਲ ਪ੍ਰਦੇਸ਼ ਆ। ਮੈਂ ਕਿਹਾ ਸੀ ਨਾਲੋਂ ਨਾਲ ਫੈਕਟ ਦੱਸਾਂਗਾ, ਨਾਓ ਅਸੀਂ ਇੱਕ ਫੈਕਟ ਦੀ ਗੱਲ ਕਰਦੇ ਹਾਂ। ਜਿਹੜਾ ਅਰੁਣਾਚਲ ਪ੍ਰਦੇਸ਼ ਦਾ ਆ ਉੱਪਰਲਾ ਰੀਜਨ ਆ ਜੀ, ਇਹ ਆ ਮੇਰੇ ਇਹਦੇ ਲਾਏ ਤੋਂ ਉੱਪਰ ਆ ਜਿੰਨਾ ਮੈਂ ਇੰਡੀਆ ਦਾ ਪੋਰਸ਼ਨ ਡਾਰਕ ਕਰ ਦਿੱਤਾ, ਇਹ ਜਿੰਨਾ ਵੀ ਡਾਰਕ ਕੀਤਾ ਆ ਇਹ ਸਾਰੇ ਦਾ ਸਾਰਾ ਜਿਹੜਾ ਪੋਰਸ਼ਨ ਹੈ ਇਹ ਕੀ ਹੋਇਆ ਕਿ ਸਾਡੇ ਉਹਨਾਂ ਦੇ ਕੋਲ ਆ ਜੀ ਚਾਈਨਾ ਵਾਲਿਆਂ ਕੋਲ। ਚਾਈਨਾ ਨੇ ਹਜੇ ਵੀ ਇਸ ਏਰੀਏ ਤੇ ਕਬਜ਼ਾ ਮਾਰਿਆ ਆ। ਅਸੀਂ ਕਈ ਵਾਰੀ ਨਿਊਜ਼ 'ਚ ਸੁਣਦੇ ਆ ਅਰੁਣਾਚਲ ਪ੍ਰਦੇਸ਼ ਆ ਹੋ ਗਿਆ ਜੀ, ਅਰੁਣਾਚਲ ਪ੍ਰਦੇਸ਼ ਇਹ ਹੋ ਗਿਆ, ਉਹ ਇਸੀ ਕਰ ਸੋ ਸਾਡਾ ਇਹ ਅਸਾਮ ਹੋ ਗਿਆ, ਅਰੁਣਾਚਲ ਪ੍ਰਦੇਸ਼ ਹੋ ਗਿਆ ਜੀ। ਅਰੁਣਾਚਲ ਪ੍ਰਦੇਸ਼ ਤੋਂ ਆ ਉੱਪਰ ਜਿਹੜਾ ਹੈ ਉਹ ਸਾਡੇ ਕੋਲ ਆਹ ਵਾਲਾ ਏਰੀਆ ਸਾਡੇ ਕੋਲ ਨਹੀਂ ਹੈਗਾ। ਚਾਈਨਾ ਸਾਰੇ ਤੇ ਕਲੇਮ ਕਰਦਾ ਹੈ, ਅਸੀਂ ਨਹੀਂ ਮੰਨਦੇ, ਅਸੀਂ ਕਹਿੰਦੇ ਜੀ ਨਹੀਂ ਇਹ ਸਾਡਾ ਆ, ਫਿਰ ਵੀ ਅਸੀਂ ਇਹਨੂੰ ਆਪਣਾ ਮੰਨਦੇ ਹਾਂ, ਇਸ ਕਰਕੇ ਇਹਨੂੰ ਅਸੀਂ ਆਪਣਾ ਲੈ ਕੇ ਚੱਲਦੇ ਹਾਂ। ਇਹਦੇ ਨਾਲ ਇੱਕ ਹੋਰ ਹੀ ਜਾਣਕਾਰੀ ਆਪਾਂ ਐਡ ਕਰ ਲੈਂਦੇ ਹਾਂ, ਚਾਈਨਾ ਦੇ ਨਾਲ ਸਾਡਾ ਸਭ ਤੋਂ ਵੱਡਾ ਬਾਰਡਰ ਨਹੀਂ ਲੱਗਦਾ ਜੀ। ਹਾਂਜੀ, ਜਿਹਨੂੰ ਇੰਨਾ ਵੀ ਕਨਫਿਊਜ਼ਨ ਸੀਗੀ ਕਿ ਚਾਈਨਾ ਦੇ ਨਾਲ ਸਾਡਾ ਸਭ ਤੋਂ ਲੰਬਾ ਬਾਰਡਰ ਲੱਗਦਾ ਆ, ਐਂਡ ਦੇ ਵਿੱਚ ਵੀਡੀਓ 'ਚ ਮੈਂ ਤੁਹਾਨੂੰ ਕਰਾਊਂਗਾ ਬਾਰਡਰਸ ਕਿਹਦੇ ਨਾਲ ਕਿੱਡਾ ਲੰਬਾ ਬਾਰਡਰ ਲੱਗਦਾ ਹੈ, ਠੀਕ ਹੈ ਜੀ। ਚਾਈਨਾ ਦੇ ਨਾਲ ਸਾਡਾ ਕਿਸੇ ਵੀ ਤਰੀਕੇ ਦਾ ਕੋਈ ਵੀ ਬਾਰਡਰ ਨਹੀਂ ਲੱਗਦਾ। ਉਸ ਤੋਂ ਅਗਲੀ ਵੀ ਦੇ ਵਿੱਚ ਆਪਾਂ ਚੱਲਦੇ ਹਾਂ ਕਿ ਵਾਪਸ ਆਉਂਦੇ ਹਾਂ ਜੀ। ਉਸ ਤੋਂ ਅੱਗੇ ਸਾਡੇ ਕੋਲ ਆ ਗਿਆ ਬਿਹਾਰ। ਬਿਹਾਰ ਦੀ ਰਾਜਧਾਨੀ ਹੈ ਪਟਨਾ। ਪਟਨਾ ਦੇ ਵਿੱਚ ਜਿਹੜੇ ਸਾਡੇ ਕੋਲ ਗਵਰਨਰ ਸਾਹਿਬ ਨੇ ਉਹ ਨੇ ਫਾਂਗੂ ਚੌਹਾਨ ਅਤੇ ਇੱਥੇ ਦੇ CM ਨੇ ਨਿਤਿਸ਼ ਕੁਮਾਰ, ਕੋਲੈਬੋਰੇਸ਼ਨ ਵਿਦ BJP ਗਵਰਨਮੈਂਟ ਹੈ ਇੱਥੇ ਜੀ। 243 ਸਾਡੇ ਕੋਲ ਇੱਥੇ ਦੇ ਟੋਟਲ ਨੰਬਰ ਆਫ MLAs ਆਉਂਦੇ ਆ ਅਤੇ 40 MP ਮੈਂਬਰ ਆਫ ਪਾਰਲੀਮੈਂਟ ਆਉਂਦੇ ਆ। 4-5 ਸਟੇਟ ਤਾਂ ਸਾਡੇ ਇੰਡੀਆ ਦੀਆਂ ਇੱਦਾਂ ਦੀਆਂ ਆ ਕਿ ਜਿਨ੍ਹਾਂ ਨੂੰ ਜਦੋਂ ਅਸੀਂ ਉਹਨਾਂ ਦਾ ਟੋਟਲ ਕਰਾਂਗੇ 200 ਤੋਂ ਉੱਤੇ ਹੋ ਜਾਂਦਾ। ਸੋ ਜੇ ਕੋਈ ਬੰਦਾ ਇਹਨਾਂ ਸਟੇਟਸ ਨੂੰ ਹੀ ਚੰਗੇ ਤਰੀਕੇ ਨਾਲ ਜੇ ਜਿੱਤ ਲਏ ਨਾ ਤਾਂ ਬਾਕੀ ਉਹਨੂੰ 273 ਦਾ ਅੰਕੜਾ ਛੂਹਣ ਨੂੰ ਬਹੁਤਾ ਟਾਈਮ ਨਹੀਂ ਲੱਗਦਾ। ਸੋ ਇਸ ਕਰਕੇ ਇਹ ਤੁਸੀਂ ਹਮੇਸ਼ਾ ਨਿਊਜ਼ ਦੇ ਵਿੱਚ ਸੁਣੋਗੇ, ਬਿਹਾਰ ਨਿਊਜ਼ 'ਚ ਹੈ, UP ਨਿਊਜ਼ 'ਚ ਹੈ, ਮੱਧ ਪ੍ਰਦੇਸ਼ ਨਿਊਜ਼ 'ਚ ਹੈ, ਮਹਾਰਾਸ਼ਟਰ ਨਿਊਜ਼ 'ਚ ਹੈ, ਤਮਿਲਨਾਡੂ ਨਿਊਜ਼ 'ਚ ਹੈ। ਕਿਉਂ? ਕਿਉਂਕਿ ਉੱਥੇ ਨੰਬਰ ਆਫ MLAs ਬਹੁਤ ਨਿਕਲਦੇ ਆ, ਇਸ ਕਰਕੇ ਉਹਨਾਂ ਦੀ ਜਿਹੜੀ ਆ ਲੋਕ ਜਿਹੜੇ ਹੈਗੇ ਆ ਜਿੰਨੇ ਵੀ ਉੱਥੇ ਨੰਬਰ ਆਫ MLAs MPs ਆ ਬੜੀ ਹਾਈਪਰਟੈਕਸਟ, ਮਤਲਬ ਕਿ ਕਹਿ ਲਓ ਕਿ ਇੱਕ ਤਰੀਕੇ ਦੀ ਅਜਿਹੀ ਪੋਲੀਟਿਕਸ ਆ ਜਿਹੜੀ ਉੱਥੇ ਚੱਲਦੀ ਰਹਿੰਦੀ ਆ। ਬਿਹਾਰ ਆ ਹੈਗਾ ਜੀ ਸਾਡੇ ਕੋਲ। ਬਿਹਾਰ ਜਿਹੜਾ ਆ ਇਹ ਪਹਿਲਾਂ ਇਕੱਠਾ ਹੀ ਝਾਰਖੰਡ ਤੇ ਬਿਹਾਰ ਇੱਕ ਹੀ ਹੁੰਦਾ ਸੀ, ਫਿਰ ਆਬਾਦੀ ਦੀ ਡੈਂਸਿਟੀ ਜ਼ਿਆਦਾ ਹੋਣ ਕਰਕੇ ਇਹਦੇ 2 ਪੋਰਸ਼ਨ ਕਰ ਦਿੱਤੇ ਗਏ, ਇੱਕ ਬਿਹਾਰ ਬਣਾ ਦਿੱਤਾ ਗਿਆ ਤੇ ਇੱਕ ਝਾਰਖੰਡ ਬਣਾ ਦਿੱਤਾ ਗਿਆ। ਇਸ ਤੋਂ ਅੱਗੇ ਅਸੀਂ ਆ ਜਾਂਦੇ ਹਾਂ ਜੀ ਛੱਤੀਸਗੜ੍ਹ। ਛੱਤੀਸਗੜ੍ਹ ਦੀ ਕੈਪੀਟਲ ਹੈਗੀ ਆ ਜੀ ਬਿਲਾਸਪੁਰ, ਇਹਦਾ ਪੁਰਾਣਾ ਨਾਮ ਸੀ, ਨਇਆ ਰਾਏਪੁਰ ਵੀ ਇਹਨੂੰ ਕਹਿ ਦਿੰਦੇ ਆ। ਇੱਥੇ ਟੋਟਲ ਸਾਡੇ ਕੋਲ ਕੀ ਆ ਓਇਕੇ ਜੀ, ਅਨੁਸੂਇਆ ਓਇਕੇ ਇਹ ਸਾਡੇ ਕੋਲ ਇੱਥੇ ਦੇ ਗਵਰਨਰ ਨੇ ਅਤੇ ਭੁਪੇਸ਼ ਬਘੇਲ ਸਾਡੇ ਕੋਲ ਇੱਥੇ ਦੇ ਚੀਫ ਮਿਨਿਸਟਰ ਨੇ। 90 ਟੋਟਲ MLAs ਹੁੰਦੇ ਆ ਇੱਕ ਚੀਫ ਮਿਨਿਸਟਰ ਬਣਾਉਣ ਲਈ ਛੱਤੀਸਗੜ੍ਹ ਦੇ, ਅਤੇ 11 ਨੰਬਰ ਆਫ ਇੱਥੇ MLAs ਹੁੰਦੇ ਆ। ਮੈਪ ਦੇ ਵਿੱਚ ਆਪਾਂ ਛੱਤੀਸਗੜ੍ਹ ਦੇਖੀਏ ਤਾਂ ਆ ਹੈਗਾ ਜੀ ਛੱਤੀਸਗੜ੍ਹ, ਜ਼ੂਮ ਕਰ ਲੈਂਦੇ ਆ ਸਾਡੇ ਕੋਲ ਛੱਤੀਸਗੜ੍ਹ ਹੈ। ਛੱਤੀਸਗੜ੍ਹ ਜਿਹੜਾ ਪਹਿਲਾਂ ਸੀਗਾ ਜੀ ਇਹ ਮੱਧ ਪ੍ਰਦੇਸ਼ ਦਾ ਪਾਰਟ ਹੁੰਦਾ ਸੀ, ਫਿਰ ਤੋਂ ਹੋਈ ਪੋਪੂਲੇਸ਼ਨ ਡੈਂਸਿਟੀ ਵਧੀ ਆ, ਡਿਮਾਂਡ ਵਧਣੀ ਸਟਾਰਟ ਹੋ ਗਈ, ਤਾਂ ਇਹ ਸਾਡੇ ਕੋਲ ਛੱਤੀਸਗੜ੍ਹ ਦੇ ਵੀ 2 ਪੋਰਸ਼ਨ ਕਰਤੇ, ਥੋੜਾ ਬਿਹਾਰ ਤੋਂ ਕੱਢਿਆ, ਥੋੜਾ ਛੱਤੀਸਗੜ੍ਹ ਤੋਂ, ਥੋੜਾ ਉੱਪਰੋਂ ਥੋੜਾ ਉੜੀਸਾ ਤੋਂ, ਅਤੇ ਮਿਲ ਕੇ ਇੱਕ ਰਾਜ ਬਣਾ ਦਿੱਤਾ ਜਿਸ ਦਾ ਨਾਮ ਰੱਖਿਆ ਗਿਆ ਛੱਤੀਸਗੜ੍ਹ। ਛੱਤੀਸਗੜ੍ਹ ਤੋਂ ਅੱਗੇ ਅਸੀਂ ਵੱਧਦੇ ਹਾਂ ਤੇ ਸਾਡੇ ਕੋਲ ਅੱਗੇ ਆ ਜਾਂਦਾ ਹੈ ਜੀ ਗੋਆ। ਬਿਊਟੀਫੁਲ ਪਲੇਸ ਟੂ ਗੋ, ਬੜਾ ਮਜ਼ਾ ਆਉਂਦਾ ਹੈ ਜਾ ਕੇ ਜੀ, ਪਰ ਮੈਨੂੰ ਨਾਰਥ ਗੋਆ ਨਹੀਂ ਪਸੰਦ ਆਇਆ ਸੀ, ਬੜੀ ਭੀੜ ਸੀ ਉਸ ਏਰੀਏ 'ਚ। ਤੁਸੀਂ ਸਾਊਥ ਗੋਆ ਜਾਓ, ਮਤਲਬ ਫੀਲ ਆਏਗੀ ਕਿ ਇਹਦੇ ਬਾਹਰਲੇ ਦੇਸ਼ ਘੁੰਮਣ ਆਏ ਹੋ। ਉਸ ਤੋਂ ਅੱਗੇ ਗੋਆ ਦੇ ਅਸੀਂ ਦੇਖੀਏ ਜੀ ਪਣਜੀ। ਮੈਂ ਕਿਹਾ ਸੀਗਾ ਕਿ ਕੁਝ ਸਟੇਟਸ ਨੇ ਜਿਨ੍ਹਾਂ ਦੇ MLA 60 ਤੋਂ ਘੱਟ ਨੇ, ਬਾਕੀ ਸਾਰਿਆਂ ਦੇ 60 ਤੋਂ ਉੱਪਰ ਹੈ। ਗੋਆ ਦੀ ਕੈਪੀਟਲ ਪਣਜੀ ਹੈ। ਇੱਥੇ ਦੇ ਮਿਸਟਰ ਖੁਸ਼ਿਆਰੀ ਇੱਥੇ ਦੇ ਸਾਡੇ ਗਵਰਨਰ ਨੇ,
ਪ੍ਰਮੋਦ ਸਾਵੰਤ ਸਾਡੇ ਦੇ ਇੱਥੇ ਚੀਫ ਮਿਨਿਸਟਰ ਨੇ, ਅਤੇ 2 ਇੱਥੋਂ ਸਿਰਫ ਐਮਐਲਏ ਨਿਕਲਦੇ ਆ। ਗੋਆ ਮੋਸਟਲੀ ਤਾਂ ਵੈਸੇ ਤਾਂ ਪਤਾ ਹੀ ਹੋਣਾ ਸਾਰਿਆਂ ਨੂੰ ਕਿੱਥੇ ਆ, ਪਰ ਮੈਨੂੰ ਵੀ ਕਈ ਵੇਲੇ ਕਨਫਿਊਜ਼ਨ ਸੀਗੀ ਕਿ ਇਹ ਮੁੰਬਈ ਤੋਂ ਉੱਤੇ ਆ। ਨਹੀਂ ਜੀ, ਇਹ ਮਹਾਰਾਸ਼ਟਰ ਆ। ਮਹਾਰਾਸ਼ਟਰ ਦੇ ਥੱਲੇ ਸਾਡੇ ਕੋਲ ਗੋਆ ਆ, ਕਰਨਾਟਕਾ ਦੇ ਨਾਲ ਲੱਗਦਾ ਹੈ ਇਹ, ਤੇ ਇੱਕ ਸਾਈਡ ਤੋਂ ਮੁੰਬਈ ਦੇ ਨਾਲ ਲੱਗਦਾ ਹੈ। ਇਹ ਸਾਡਾ ਅੱਜ ਗੋਆ। ਗੋਇੰਗ ਬੈਕ ਅਤੇ ਵਾਪਸ ਆ ਜਾਂਦੇ ਹਾਂ ਅਸੀਂ ਗੁਜਰਾਤ ਤੇ। ਗੁਜਰਾਤ ਦੀ ਕੈਪੀਟਲ ਗਾਂਧੀਨਗਰ, ਜਿੱਥੇ ਦੇ ਸਾਡੇ PM ਨਰਿੰਦਰ ਮੋਦੀ ਜੀ ਨੇ। ਆਚਾਰਿਆ ਦੇਵਰਤ ਇੱਥੇ ਦੇ ਗਵਰਨਰ ਨੇ। ਵਿਜੇ ਰੂਪਾਣੀ ਸਾਡੇ ਇੱਥੇ ਦੇ ਚੀਫ ਮਿਨਿਸਟਰ ਨੇ। 182 ਟੋਟਲ MLA ਇੱਥੋਂ ਨਿਕਲਦੇ ਨੇ ਅਤੇ 26 MP ਸਾਨੂੰ ਇੱਥੋਂ ਮਿਲਦੇ ਨੇ। ਉਸ ਤੋਂ ਅੱਗੇ ਆ ਜਾਂਦਾ ਹੈ ਹਰਿਆਣਾ। ਹਰਿਆਣਾ ਦੇ ਜਿਹੜਾ ਹੈ ਸਾਡੇ ਕੋਲ ਨੇ ਚੰਡੀਗੜ੍ਹ ਇਹਦੀ ਕੈਪੀਟਲ ਹੈ। ਸਾਨੂੰ ਪਤਾ ਹੈ ਪੰਜਾਬ ਅਤੇ ਚੰਡੀਗੜ੍ਹ ਦੋਨੇ ਜਿਹੜੇ ਆ ਸਾਂਝੀ ਕੈਪੀਟਲ ਹੈ ਹਰਿਆਣਾ ਦੇ ਨਾਲ। ਸਤਿਆਦੇਵ ਨਾਰਾਇਣ ਆਰਿਆ ਇੱਥੇ ਦੇ ਗਵਰਨਰ ਨੇ। ਮਨੋਹਰ ਲਾਲ ਖੱਟਰ ਇੱਥੇ ਦੇ CM ਨੇ। 90 MLA ਚਾਹੀਦੇ ਨੇ ਤੇ 10 MP ਹਰਿਆਣਾ ਚੋਂ ਮਿਲਦੇ ਨੇ। ਹੁਣ ਮੈਪ ਦੇ ਉੱਤੇ ਅਸੀਂ ਦੋਨੋਂ ਦੇਖ ਲੈਂਦੇ ਹਾਂ ਜੀ। ਦਿਸ ਇਜ਼ ਗੁਜਰਾਤ, ਗ੍ਰੀਨ ਵਾਲਾ ਪਾਰਟ ਜਿਹੜਾ ਹੈ ਗੁਜਰਾਤ ਹੈ, ਅਤੇ ਆ ਪੰਜਾਬ ਹੈ। ਪੰਜਾਬ ਦੇ ਨਾਲ ਬਾਰਡਰ ਲੱਗਦਾ ਹੈ ਕਾਫੀ ਵੱਡਾ ਹਰਿਆਣੇ ਦਾ। ਪੰਜਾਬ ਦੀਆਂ ਲਗਭਗ 6 ਡਿਸਟ੍ਰਿਕਟਸ ਦਾ ਬਾਰਡਰ ਹਰਿਆਣੇ ਦੇ ਨਾਲ ਲੱਗਦਾ ਹੈ। ਹਰਿਆਣੇ ਨੂੰ ਪਾਰ ਕਰਕੇ ਹੀ ਅਸੀਂ ਆ ਚੰਡੀਗੜ੍ਹ ਜਿਹੜਾ ਹੈ ਤੁਹਾਨੂੰ ਇੱਥੇ ਦਿਖਾਈ ਦੇ ਰਿਹਾ ਮੇਰੇ ਬਿਲਕੁਲ ਮਾਊਸ ਦੇ ਉੱਪਰ, ਅਤੇ ਹਰਿਆਣੇ ਨੂੰ ਪਾਰ ਕਰਕੇ ਅਸੀਂ ਜਦੋਂ ਵੀ ਜਾਣਾ ਹੁੰਦਾ ਦਿੱਲੀ ਵੱਲ ਨੂੰ ਉੱਧਰ ਨੂੰ ਜਾਂਦੇ ਹਾਂ। ਵਾਪਸ ਆਉਂਦੇ ਹਾਂ ਜੀ ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਸ਼ਿਮਲਾ ਹੈ। ਸ਼ਿਮਲਾ ਦੇ ਜਿਹੜੇ ਪਹਿਲਾਂ ਪੰਜਾਬ ਜਿਹੜਾ ਜਦੋਂ ਡਿਵਾਈਡ ਹੋਇਆ ਸੀਗਾ, ਇਹਦੀ ਕੈਪੀਟਲ ਪੂਰੇ ਪੰਜਾਬ ਦੀ ਹੁੰਦੀ ਸੀਗੀ 1966 ਤੋਂ ਪਹਿਲਾਂ। ਤੇ ਫਾਰਮੇਸ਼ਨ ਡੇ ਆਫ ਜਿਹੜਾ ਸਾਡੇ ਕੋਲ ਹੈਗਾ ਹੈ ਹਿਮਾਚਲ ਦਾ, ਇਹ ਜੀ ਬਾਅਦ 'ਚ ਬਣਿਆ ਸੀਗਾ। ਮਤਲਬ ਕੀ ਕਹਿ ਸਕਦੇ ਹਾਂ ਕਿ ਹਿਮਾਚਲ ਜਿਹੜਾ ਆ ਕਿ ਪਹਿਲਾਂ ਪੰਜਾਬ ਦਾ ਹਿੱਸਾ ਹੁੰਦਾ ਸੀਗਾ, ਤਾਂ ਇਹਦਾ ਜਿਹੜਾ ਫਾਰਮੇਸ਼ਨ ਡੇ ਹੈਗਾ ਆ ਹਿਮਾਚਲ ਪ੍ਰਦੇਸ਼ ਦਾ, ਇਹ ਲਗਭਗ ਹੋਇਆ ਸੀਗਾ 1971 ਦੇ ਵਿੱਚ। 25 ਜਨਵਰੀ 1971 ਨੂੰ ਜਾ ਕੇ ਹਿਮਾਚਲ ਨੂੰ ਸਟੇਟਹੈਡਸ਼ਿਪ ਮਿਲੀ ਸੀਗੀ। ਤੇ ਉਸ ਤੋਂ ਪਹਿਲਾਂ ਇਹ ਕਿਹਦਾ ਹਿੱਸਾ ਸੀਗਾ? ਪੰਜਾਬ ਦਾ। ਹਰਿਆਣਾ ਵੀ ਇਸੇ ਤਰੀਕੇ ਨਾਲ 1 ਨਵੰਬਰ 1966 ਦੇ ਵਿੱਚ ਇਹ ਵੱਖਰਾ ਹੋਇਆ ਸੀ, ਪੰਜਾਬ ਵੀ ਬਣ ਗਿਆ ਸੀ ਤੇ ਹਰਿਆਣਾ ਵੀ ਬਣ ਗਿਆ ਸੀਗਾ। ਸੋ ਜੇ ਕਦੀ ਪੇਪਰ 'ਚ ਆ ਜਾਏ ਕਿ 1 ਨਵੰਬਰ 66 ਨੂੰ ਪੰਜਾਬ ਹਰਿਆਣਾ ਦੇ ਨਾਲ ਹੋਰ ਕੌਣ ਰਾਜ ਬਣਿਆ ਸੀ, ਰਾਜ ਕੋਈ ਨਹੀਂ ਬਣਿਆ ਸੀਗਾ ਜੀ। ਇਹ ਪਹਿਲਾਂ ਹਿਮਾਚਲ ਪ੍ਰਦੇਸ਼ ਯੂਨੀਅਨ ਟੈਰੀਟਰੀ ਰਹੀ ਸੀ, ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖਣਾ। ਮੈਪ ਦੇ ਉੱਤੇ ਦੇਖਦੇ ਹਾਂ ਤਾਂ ਆਹ ਹਿਮਾਚਲ ਪ੍ਰਦੇਸ਼ ਹੈ, ਇਹਦੇ ਨਾਲ ਵੀ ਲਗਭਗ ਪੰਜਾਬ ਦੇ 4-5 ਜ਼ਿਲ੍ਹੇ ਲੱਗਦੇ ਆ ਜੀ। ਤੇ ਇਹਦੀ ਫਾਰਮੇਸ਼ਨ 25 ਜਨਵਰੀ 1971 ਨੂੰ ਹੋਈ ਸੀ। ਇਸ ਚੀਜ਼ ਦਾ ਧਿਆਨ ਰੱਖਣਾ ਪਲੀਜ਼। ਉਸ ਤੋਂ ਅੱਗੇ ਸਾਡੇ ਕੋਲ ਹਿਮਾਚਲ ਤੋਂ ਅੱਗੇ ਆ ਜਾਂਦਾ ਹੈ ਜੀ ਝਾਰਖੰਡ। ਝਾਰਖੰਡ ਜਿੱਥੇ ਦੇ ਸਾਡੇ ਮਹਿੰਦਰ ਸਿੰਘ ਧੋਨੀ ਹੈ, ਉਹਨਾਂ ਦੀ ਕੈਪੀਟਲ ਝਾਰਖੰਡ ਦੀ ਹੈ ਰਾਂਚੀ, ਅਤੇ ਮਿਸਟਰ ਮੁਰਮੂ ਜਿਹੜੇ ਹੈਗੇ ਨੇ ਉੱਥੇ ਦੇ ਗਵਰਨਰ ਨੇ। ਹੇਮੰਤ ਸੋਰੇਨ ਸਾਡੇ ਉੱਥੇ ਦੇ ਚੀਫ ਮਿਨਿਸਟਰ ਨੇ। 81 MLA ਹੁੰਦੇ ਆ ਤੇ 14 MPs ਹੁੰਦੇ ਆ। ਝਾਰਖੰਡ ਦੇ ਨਾਲ ਹੀ ਕਰਨਾਟਕਾ, ਝਾਰਖੰਡ ਅਸੀਂ ਦੇਖ ਲੈਂਦੇ ਪਹਿਲਾਂ ਮੈਪ ਦੇ ਉੱਤੇ, ਫਿਰ ਕਰਨਾਟਕਾ ਕੇਰਲਾ ਥੱਲੇ ਆ ਦੋਨੋਂ। ਆਹ ਝਾਰਖੰਡ ਆ ਜੀ, ਬਿਹਾਰ ਤੋਂ ਅਲੱਗ ਹੋਇਆ ਸੀਗਾ, ਅਤੇ ਇਹਦੀ ਕੈਪੀਟਲ ਇਹਦੀ ਹੈ ਰਾਂਚੀ। ਉਸ ਤੋਂ ਬਾਅਦ ਵਾਪਸ ਅਸੀਂ ਆ ਜਾਂਦੇ ਹਾਂ ਜੀ ਕਰਨਾਟਕਾ ਅਤੇ ਕੇਰਲਾ, 2 ਨਾਮ ਨੇ। ਬੈਂਗਲੁਰੂ ਕਰਨਾਟਕਾ ਦੀ ਕੈਪੀਟਲ ਆ। IT ਸਿਟੀ, ਫਸਟ IT ਸਿਟੀ ਆਫ ਇੰਡੀਆ। ਵਜੂਭਾਈ ਵਾਲਾ ਇੱਥੇ ਦੇ ਗਵਰਨਰ ਨੇ। BS ਯਦੂਰੱਪਾ। ਮੈਂ ਕਿਹਾ ਸੀ 3 ਨਾਮ ਆਣੇ ਨੇ ਉਹ ਕਿ ਸਾਊਥ ਇੰਡੀਅਨ ਨੇਮ ਜਿੱਦਾਂ ਆਪਾਂ ਸੁਣਦੇ ਹਾਂ, ਤਾਂ ਯਦੂਰੱਪਾ ਇਜ਼ ਦਾ ਅਦਰ ਸਾਊਥ ਇੰਡੀਅਨ ਨੇਮ। ਇਹ ਜਿਹੜੇ ਨੇ ਕਿ ਉੱਥੇ ਦੇ ਸਾਡੇ ਕੋਲ ਚੀਫ ਮਿਨਿਸਟਰ ਨੇ। 224 MLA ਇੱਥੇ ਹੁੰਦੇ ਆ ਜੀ। MLA ਮਤਲਬ ਚੀਫ ਮਿਨਿਸਟਰ ਨੂੰ ਬਣਾਉਣ ਲਈ, ਅਤੇ 28 MPs ਇਸ ਜਗ੍ਹਾ ਨੂੰ ਬਿਲੋਂਗ ਕਰਦੇ ਆ। ਅੱਗੇ ਸਾਡੇ ਕੋਲ ਆ ਜਾਂਦੇ ਆ ਕੇਰਲਾ ਦੇ। ਕੇਰਲਾ ਦੇ ਜਿਹੜੇ ਸਾਡੇ ਕੋਲ ਕੈਪੀਟਲ ਹੈ ਤ੍ਰਿਵੇਂਦਰਮਪੁਰਮ। ਅਸੀਂ ਬਚਪਨ ਤੋਂ ਪੜ੍ਹਦੇ ਹਾਂ, ਜਿਹੜਾ ਲੰਬਾ ਚੌੜਾ ਨਾਂ ਜੀ ਉਹ ਕੇਰਲਾ ਦਾ ਹੈ। ਤ੍ਰਿਵੇਂਦਰਮਪੁਰਮ ਸਾਡੇ ਕੋਲ ਕੇਰਲਾ ਦੀ ਕੈਪੀਟਲ ਹੈ। ਆਰਿਫ ਮੁਹੰਮਦ ਖਾਨ ਇੱਥੇ ਦੇ ਗਵਰਨਰ ਨੇ, ਅਤੇ ਪਿਨਰਾਈ ਵਿਜੇਨ ਸਾਡੇ ਕੋਲ ਇੱਥੇ ਦੇ ਚੀਫ ਮਿਨਿਸਟਰ ਨੇ। ਕਮਿਊਨਿਸਟ ਪਾਰਟੀ ਇੱਕੋ ਇੱਕ ਜਗ੍ਹਾ ਦੇ ਉੱਤੇ ਜੇ ਕਹਿ ਲਓ ਕਿ ਕਾਬਜ਼ ਬਚੀ ਹੈ, ਅਤੇ ਉਹ ਕੇਰਲਾ 'ਚ ਹੀ ਹੈ, ਅਤੇ ਉੱਥੇ ਹੀ ਇਹ ਜਿਹੜੇ ਸਾਡੇ CM ਨੇ ਪਿਨਰਾਈ ਵਿਜੇਨ। 140 ਕੁੱਲ ਸੀਟਾਂ ਹੁੰਦੀਆਂ ਨੇ, ਅਤੇ 20 ਸਾਡੇ ਟੋਟਲ ਨੰਬਰ ਆਫ ਮੈਂਬਰ ਆਫ ਪਾਰਲੀਮੈਂਟ ਹੁੰਦੇ ਹਨ। ਥੱਲੇ ਮੈਪ ਦੇ ਵਿੱਚ ਜਾਂਦੇ ਆ, ਆ ਬਿਲਕੁਲ ਐਂਡ ਦੇ ਵਿੱਚ ਗ੍ਰੀਨ ਕਲਰ ਦਾ ਕੇਰਲਾ ਹੈ, ਅਤੇ ਬਿਲਕੁਲ ਇਸ ਦੇ ਨਾਲ ਉੱਪਰ ਲੱਗਦਾ ਹੈ ਬੈਂਗਲੁਰੂ। ਇੱਥੇ ਬੈਂਗਲੌਰ ਹੈ। ਬੈਂਗਲੌਰ ਦੇ ਜਿਹੜੀ ਹੈ ਸਾਡੀ IT ਸਿਟੀ ਆਫ ਇੰਡੀਆ, ਫਸਟ IT ਸਿਟੀ ਆਫ ਇੰਡੀਆ ਨੂੰ ਬੈਂਗਲੌਰ ਨੂੰ ਕਿਹਾ ਜਾਂਦਾ ਹੈ। ਇਹ ਕੁਐਸਚਨ ਆਪਾਂ ਯਾਦ ਰੱਖਣਾ ਹੈ। ਸੈਕੰਡ IT ਸਿਟੀ ਆਫ ਇੰਡੀਆ ਹੈਦਰਾਬਾਦ ਨੂੰ ਕਿਹਾ ਜਾਂਦਾ ਹੈ, ਅਤੇ ਥਰਡ IT ਸਿਟੀ ਆਫ ਇੰਡੀਆ ਇੱਥੇ ਜੀ ਆਹ ਖੁੰਝੇ ਦੇ ਉੱਤੇ ਦਿੱਲੀ ਦੇ ਬਿਲਕੁਲ ਨਾਲ ਇੱਥੇ ਕਰਕੇ ਸਾਡਾ ਨੋਇਡਾ ਹੈ ਜੀ। ਠੀਕ ਹੈ ਜੀ। ਸੋ ਇਹ ਸਾਡੇ ਕੋਲ ਕਿਹੜੀ ਆ? ਥਰਡ IT ਸਿਟੀ ਆਫ ਇੰਡੀਆ। ਤੇ ਕਰਨਾਟਕਾ ਦੀ ਕੈਪੀਟਲ ਬੈਂਗਲੌਰ, ਅਤੇ ਕੇਰਲਾ ਦੀ ਕੈਪੀਟਲ ਤ੍ਰਿਵੇਂਦਰਮਪੁਰਮ। ਉਸ ਤੋਂ ਅੱਗੇ ਸਾਡੇ ਕੋਲ ਆ ਜਾਂਦਾ ਜੀ ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਦੀ ਕੈਪੀਟਲ ਭੋਪਾਲ। ਆਨੰਦੀਬੇਨ ਪਟੇਲ ਇਸ ਨਾਮ ਨੂੰ ਯਾਦ ਰੱਖਣਾ, ਕਿਉਂਕਿ ਇਹ ਇੱਕ ਨਹੀਂ 2 ਸਟੇਟਸ ਦੀਆਂ ਗਵਰਨਰ ਨੇ। ਦੂਜੀ UP ਦੇ ਨੇ, ਅਤੇ ਉਹਨਾਂ ਦਾ ਨਾਮ ਥੱਲੇ ਆਏਗਾ। ਮੈਮ ਇੱਥੇ ਦੇ ਜਿਹੜੇ ਚੀਫ ਮਿਨਿਸਟਰ ਨੇ ਸ਼ਿਵਰਾਜ ਸਿੰਘ ਚੌਹਾਨ। 230 ਟੋਟਲ MLAs ਨੇ, 29 ਇੱਥੋਂ MP ਵੀ ਜਿਹੜੇ ਆ ਕਿ ਨਿਕਲਦੇ ਨੇ।
ਅੱਗੇ ਆ ਜਾਂਦਾ ਮਹਾਰਾਸ਼ਟਰ। ਮਹਾਰਾਸ਼ਟਰ ਕੈਪੀਟਲ ਮੁੰਬਈ। ਭਗਤ ਸਿੰਘ ਖੁਸ਼ਿਆਰੀ ਇੱਥੇ ਦੇ ਗਵਰਨਰ ਨੇ। ਉद्धਵ ਠਾਕਰੇ ਸਾਡੇ ਇੱਥੇ ਦੇ ਚੀਫ ਮਿਨਿਸਟਰ ਨੇ। 288 ਟੋਟਲ ਇੱਥੋਂ ਜਿਹੜੇ MLA ਨਿਕਲਦੇ ਤੇ 48 ਸਾਡੇ ਕੋਲ MP ਨਿਕਲਦੇ। ਬਿਹਾਰ ਤੋਂ ਬਾਅਦ ਦੂਜਾ ਆ ਗਿਆ ਨਾ ਜੀ ਵੱਡਾ, ਜਿਹੜਾ MP ਵਾਲਾ ਆ ਗਿਆ। ਸੋ ਆਪਾਂ ਥੱਲੇ ਜਾ ਕੇ ਦੇਖਦੇ ਹਾਂ ਮੱਧ ਪ੍ਰਦੇਸ਼। ਦਿਸ ਇਜ਼ ਮੱਧ ਪ੍ਰਦੇਸ਼, ਆ ਸੈਂਟਰਲ 'ਚ ਹੈ। ਇੱਥੇ ਜੀ ਸਾਡੇ ਕੋਲ ਇੱਕ ਪਰਬਤ ਰੇਂਜ ਹੈ ਜਿਸ ਦਾ ਨਾਮ ਯਾਦ ਰੱਖਣਾ ਕਿ ਜੇ ਕਦੀ ਪੇਪਰ ਦੇ ਵਿੱਚ ਕੁਐਸਚਨ ਆ ਜਾਵੇ ਕਿ ਵਟ ਇਜ਼ ਦਾ ਨੈਚੁਰਲ ਡਿਵਾਈਡਰ, ਆ ਸਾਰੀ ਇੱਦਾਂ ਇਸ ਤਰੀਕੇ ਦੇ ਨਾਲ ਇੱਥੇ ਕਾਫੀ ਨਦੀਆਂ ਇਸ ਦੇ ਵਿੱਚੋਂ ਨਿਕਲਦੀਆਂ ਨੇ। ਦਿਸ ਇਜ਼ ਨਰਮਦਾ ਮਾਊਂਟੇਨ ਰੇਂਜ। ਤੇ ਇੱਥੋਂ ਜਿਹੜੀ ਸਾਡੇ ਕੋਲ ਇੱਕ ਹੋਰ ਮਾਊਂਟੇਨ ਰੇਂਜ ਹੈ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣੀ ਹੈ ਕਿ ਗੁਜਰਾਤ ਦੇ ਨਾਲ ਸਾਡੀ ਮੱਧ ਪ੍ਰਦੇਸ਼ ਦੀ ਕਿਹੜੀ ਮਾਊਂਟੇਨ ਰੇਂਜ ਲੱਗਦੀ ਹੈ। ਦਿਸ ਇਜ਼ ਨਰਮਦਾ। ਨਰਮਦਾ ਦੇ ਵਿੱਚੋਂ ਕਈ ਨਦੀਆਂ ਨਿਕਲਦੀਆਂ ਨੇ, ਗੋਮਤੀ ਨਿਕਲਦੀ ਆ, ਵੈਨ ਗੰਗਾ ਨਿਕਲਦੀ ਆ, ਕਾਵੇਰੀ ਸੌਰੀ ਹੋਰ ਮਤਲਬ ਕਿ 3-4 ਨਦੀਆਂ ਨਿਕਲਦੀਆਂ, ਇੱਧਰ ਨੂੰ 3-4 ਨਿਕਲਦੀਆਂ ਨੇ। ਜਦੋਂ ਅਸੀਂ ਇਹਨਾਂ ਦੇ ਵਿੱਚ ਇੰਡੀਆ ਦਾ ਮੈਪ ਨਦੀਆਂ ਦੇ ਬਾਰੇ ਯਾਦ ਕਰਨਾ ਵਿਦ ਟ੍ਰਿਕ ਆਪਾਂ ਯਾਦ ਕਰਾਂਗੇ, ਸਟੋਰੀਆਂ ਬਣਾ ਕੇ ਕਿ ਨਾਰਥ ਦੇ ਵਿੱਚ ਕਿਹੜੀ ਸਟੋਰੀ ਆ, ਸਾਊਥ ਦੇ ਵਿੱਚ ਕਿਹੜੀ ਸਟੋਰੀ ਆ। ਤਾਂ ਆਪਾਂ ਸਟੋਰੀਆਂ ਯਾਦ ਰੱਖਾਂਗੇ। ਆਈ ਗਾਰੰਟੀ ਯੂ 100% ਕਿ ਤੁਹਾਨੂੰ ਸਾਰੇ ਇੰਡੀਆ ਦੀਆਂ ਨਦੀਆਂ ਯਾਦ ਹੋ ਜਾਣਗੀਆਂ ਜਿੰਨੀਆਂ ਵੀ ਸਾਨੂੰ ਪੇਪਰ ਪਰਪਸ ਦੇ ਲਈ ਚਾਹੀਦੀਆਂ ਨੇ। ਅਤੇ ਇਹ ਪਲੀਜ਼ ਤੁਸੀਂ ਮੈਨੂੰ ਦੱਸਣਾ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਵਿੱਚ ਕਿਹੜੀ ਮਾਊਂਟੇਨ ਰੇਂਜ ਹੈ ਕਮੈਂਟ ਬਾਕਸ ਦੇ ਵਿੱਚ। ਅੱਗੇ ਸਾਡੇ ਕੋਲ ਅੱਗੇ ਆ ਜਾਂਦਾ ਹੈ ਜੀ ਕੁਐਸਚਨ ਕਿ ਮਹਾਰਾਸ਼ਟਰ ਤੋਂ ਅੱਗੇ ਕੌਣ ਹੈ। ਮਹਾਰਾਸ਼ਟਰ ਤੋਂ ਅੱਗੇ ਆਪਾਂ ਇੱਥੇ 4 ਸਟੇਟਸ ਇਕੱਠੀਆਂ ਪੜ੍ਹ ਲਵਾਂਗੇ ਜੀ। ਮਣੀਪੁਰ, ਮੇਘਾਲਿਆ, ਮਿਜ਼ੋਰਮ ਐਂਡ ਨਾਗਾਲੈਂਡ। ਮਣੀਪੁਰ ਦੀ ਕੈਪੀਟਲ ਇੰਫਾਲ ਹੈ। ਨੈਜਮਾ ਹਪਤੁਲਾ ਇੱਥੇ ਦੀ ਗਵਰਨਰ ਨੇ ਜੀ। ਬਰੇਨ ਸਿੰਘ ਚੀਫ ਮਿਨਿਸਟਰ ਨੇ ਜੀ। 60 ਸਾਡੇ ਕੋਲ ਇਹਨਾਂ ਦੇ MLA ਆਉਂਦੇ ਆ ਜੀ ਅਤੇ 2 MP ਨਿਕਲਦੇ ਆ। ਸੇਮ ਮੇਘਾਲਿਆ ਦੇ ਲਈ ਵੀ 60 ਕਾਊਂਟਿੰਗ ਸੇਮ ਹੀ ਹੈ। ਅਤੇ ਸ਼ਿਲੋਂਗ ਦੇ ਸਤਿਆਪਾਲ ਮਲਿਕ ਹੈ। ਮੇਘਾਲਿਆ ਦੀ ਕੈਪੀਟਲ ਸ਼ਿਲੋਂਗ, ਗਵਰਨਰ ਸਤਿਆਪਾਲ ਮਲਿਕ। CM ਕੋਂਦਰਨ ਕੋਂਕਲ ਸੰਗਮ। 60 ਇੱਥੇ ਦੇ ਟੋਟਲ MLA ਆ, 2 ਇੱਥੇ ਦੇ MP ਆ। ਮਿਜ਼ੋਰਮ ਦੀ ਕੈਪੀਟਲ ਐਜ਼ਵਾਲ। PS ਸ਼੍ਰੀਧਰਨ ਪਿਲਾਏ ਇੱਥੇ ਦੇ ਸਾਡੇ ਕੋਲ ਚੀਫ ਗਵਰਨਰ ਆ ਜੀ। ਤੇ ਜ਼ੋਰਾਥਾਂਗਾ ਇੱਥੇ ਦੇ ਸਾਡੇ ਕੋਲ ਚੀਫ ਮਿਨਿਸਟਰ ਆ ਜੀ। 40 MLA ਹੁੰਦੇ ਆ ਅਤੇ ਸਿਰਫ 1 MP ਇੱਥੋਂ ਵੀ ਆਉਂਦਾ ਹੈ। ਨਾਗਾਲੈਂਡ ਦੀ ਕੈਪੀਟਲ ਹੈਗੀ ਹੈ ਜੀ ਕੋਹਿਮਾ। RN ਰਵੀ ਸਾਡੇ ਇੱਥੋਂ ਦੇ ਗਵਰਨਰ ਨੇ। ਨੈਫਿਊ ਰੋਇਓ ਇੱਥੋਂ ਦੇ ਸਾਡੇ ਕੋਲ ਕੀ ਹੈ ਚੀਫ ਮਿਨਿਸਟਰ ਨੇ। 60 ਹੀ ਇਹਨਾਂ ਦੇ ਵੀ MLA ਹੁੰਦੇ ਆ ਤੇ 1 ਹੀ ਸਾਡੇ ਦੇ ਇੱਥੋਂ ਦੇ MP ਮੈਂਬਰ ਪਾਰਲੀਮੈਂਟ ਆ। ਦੇਖੋਗੇ ਤੁਸੀਂ 60 ਸੋ ਜਿਨ੍ਹਾਂ ਦੇ ਅਸੀਂ 60 ਵਾਲੇ ਤਾਂ ਕਹੋ ਜੀ ਦਿਮਾਗ 'ਚ ਗੱਲ ਬਿਠਾ ਲਓ 60 ਮਤਲਬ ਸਾਰੇ MLA ਇਹਨਾਂ ਦੇ ਇੱਦਾਂ ਯਾਦ ਹੋ ਗਏ। ਜਿਨ੍ਹਾਂ ਦੇ ਬਦਲਨੇ ਆ ਸਾਡੇ ਕੋਲ 40 ਵਾਲਾ, ਅੱਛਾ ਇਹਦੇ 40 ਆ, ਮਤਲਬ ਆਪਾਂ 7 ਸਿਸਟਰ ਦੇ ਜਦੋਂ ਨਾਮ ਯਾਦ ਕਰਾਂਗੇ ਤਾਂ ਇਹਦੇ ਵਿੱਚ ਆ ਯਾਦ ਰੱਖਣਾ ਕਿ ਇਹਦੇ ਮਿਜ਼ੋਰਮ ਦੇ 40 ਆ, ਅਸਮ ਦੇ ਸਾਡੇ ਕੋਲ 117 ਹੈਗੇ ਆ। ਸੋ ਇਸ ਤਰੀਕੇ ਨਾਲ ਇਹਦੇ 2 ਅਲੱਗ-ਅਲੱਗ ਜਿਹੜੇ ਉਹ ਯਾਦ ਰੱਖਣੇ, ਜਿਹੜੇ ਬੱਚੇ ਉਹ ਸਾਰੇ 60 ਆ ਕਿਉਂਕਿ ਇਹਨਾਂ ਵਿੱਚ ਹੀ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਯਾਦ ਕਰਨ ਲੱਗੇ ਕਿਉਂਕਿ ਸਾਡੇ ਕੋਲ ਨਾਰਥ ਇੰਡੀਆ ਦੇ ਨੇਮ ਸਾਨੂੰ ਇੱਦਾਂ ਲੱਗਦਾ ਬੜੇ ਡਿਫੀਕਲਟ ਜਿਹੇ ਆ ਸਾਡੇ ਕੋਲ ਸਾਰੇ ਆ ਗਏ ਜੀ। ਨਾਗਾਲੈਂਡ, ਇੰਫਾਲ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ। ਮੈਂ ਇਹਨੂੰ ਜੀ ਇੱਦਾਂ ਕਹਿ ਲਓ ਕਰਵ ਵਾਈਜ਼ ਯਾਦ ਕੀਤਾ ਹੋਇਆ ਕਿ ਜਦੋਂ ਵੀ ਮੈਂ ਇਹਨੂੰ ਯਾਦ ਕਰਨਾ ਸ਼ੁਰੂ ਕੀਤਾ ਸੀ ਮੈਂ ਇੱਥੋਂ ਕਿਹਾ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ ਅਤੇ ਫਿਰ ਅਸਾਮ। ਇੱਕ ਸੈਂਟਰਲ CG ਬਣਾ ਲਈ, ਇਹਨੂੰ ਮੈਂ ਇਸ ਤਰੀਕੇ ਨਾਲ ਘੁਮਾਇਆ, ਮੈਨੂੰ ਸਾਰੇ 7 ਸਿਸਟਰਸ ਦੇ ਨਾਮ ਯਾਦ ਹੋ ਗਏ। ਤੁਸੀਂ ਵੀ ਇਸ ਟ੍ਰਿਕ ਨੂੰ ਯੂਜ਼ ਕਰ ਸਕਦੇ ਹੋ ਤਾਂ ਸੀਰੀਅਲ ਆਰਡਰ ਵਿੱਚ ਰੱਖੋਗੇ ਤਾਂ ਨਾਲੇ ਮੈਪ ਦੇ ਵਿੱਚ ਵੀ ਲੱਭਣੇ ਸੌਖੇ ਹੋ ਜਾਣਗੇ ਅਤੇ ਨਾਲੋਂ ਨਾਲ ਤੁਹਾਨੂੰ ਇਹਨਾਂ ਨੂੰ ਬਣਾਉਣਾ ਤੇ ਯਾਦ ਰੱਖਣਾ ਵੀ ਸੌਖਾ ਹੋ ਜਾਏਗਾ। ਇਸ ਤੋਂ ਅੱਗੇ ਚੱਲਦੇ ਹਾਂ ਜੀ। ਅੱਗੇ ਸਾਡੇ ਕੋਲ ਆ ਜਾਂਦੇ ਨੇ ਉੜੀਸਾ। ਉੜੀਸਾ ਦੀ ਇੱਕ ਖਾਸ ਗੱਲ ਹੈ, ਤੁਸੀਂ ਕਦੀ ਵੀ ਜਦੋਂ ਵੀ ਕਿਤੇ ਸੁਣੋਗੇ ਨਿਊਜ਼ ਦੇ ਵਿੱਚ ਇਹ ਉੜੇਸ ਹੋ ਗਿਆ ਜੀ ਉੜੀਸਾ 'ਚ ਇਹ ਸ਼ੁਰੂ ਹੋ ਗਿਆ। ਬੜੀਆਂ ਵਧੀਆ ਸਕੀਮਾਂ ਸ਼ੁਰੂ ਕੀਤੀਆਂ ਨੇ। ਸਾਈਕਲ ਚੱਲਣ ਦੀ ਸਕੀਮ ਸ਼ੁਰੂ ਕੀਤੀ ਆ, ਉਸ ਤੋਂ ਬਾਅਦ ਸਾਡੇ ਫਲੋਟਿੰਗ ਜਿਹੜੇ ਆ ਸੋਲਰ ਪੈਨਲਸ ਕੀਤੇ ਆ। ਮਤਲਬ ਕਹਿ ਲਓ ਕਿ ਜੀ ਏਰੀਏ ਨੂੰ ਯੂਜ਼ ਕਰਨਾ ਉੜੀਸਾ ਸਰਕਾਰ ਤੋਂ ਕੋਈ ਸਿੱਖੇ। ਇਸ ਤੋਂ ਬਾਅਦ ਬਾਕੀਆਂ ਨੂੰ ਐਗਜ਼ਾਮਪਲ ਮਿਲ ਜਾਂਦੀ ਹੈ ਕਿ ਅੱਛਾ ਉੜੀਸਾ 'ਚ ਐਂ ਹੋਇਆ ਅਸੀਂ ਵੀ ਐਂ ਕਰ ਲਾਂਗੇ, ਉੱਥੇ ਐਂ ਹੋਇਆ ਅਸੀਂ ਵੀ ਐਂ ਕਰ ਲਾਂਗੇ। ਸੋ ਇਹ ਫੋਲੋਇੰਗ ਕਹਿ ਲਓ ਜੀ ਇਹਨਾਂ ਦੀ ਹੁੰਦੀ ਆ। ਭੁਵਨੇਸ਼ਵਰ ਸਾਡੇ ਜਿੱਦਾਂ ਬੋਲਰ ਆ ਉਹ ਵੀ ਉੜੀਸਾ ਤੋਂ ਹੀ ਆ ਤਾਂ ਭੁਵਨੇਸ਼ਵਰ ਤੋਂ ਹੀ ਆ। ਸੋ ਭੁਵਨੇਸ਼ਵਰ ਹੀ ਸਾਡੇ ਬੋਲਰ ਦਾ ਨਾਮ ਹੈ ਜੀ, ਭੁਵਨੇਸ਼ਵਰ ਕੁਮਾਰ। ਤੇ ਭੁਵਨੇਸ਼ਵਰ ਹੀ ਉੜੀਸਾ ਦੀ ਸਾਡੀ ਕੈਪੀਟਲ ਹੈ। ਮਿਸਟਰ ਮਾਥੁਰ, ਪ੍ਰੋਫੈਸਰ ਗਣੇਸ਼ੀ ਲਾਲ ਮਾਥੁਰ ਇੱਥੇ ਦੇ ਸਾਡੇ ਕੋਲ ਗਵਰਨਰ ਨੇ। ਨਵੀਨ ਪਟਨਾਇਕ ਸਾਡੇ ਇੱਥੇ ਦੇ ਚੀਫ ਮਿਨਿਸਟਰ ਨੇ। 147 ਟੋਟਲ MLA ਅਤੇ 21 MP ਇੱਥੋਂ ਹੁੰਦੇ ਆ। ਉਹ ਤੋਂ ਅੱਗੇ ਆ ਗਿਆ ਉੜੀਸਾ। ਜਰਾ ਮੈਪ ਤੇ ਦੇਖ ਲਈਏ ਫਿਰ ਆਪਾਂ ਦੂਸਰੀ ਸਾਈਡ ਨੂੰ ਸ਼ਿਫਟ ਕਰਾਂਗੇ। ਦਿਸ ਇਜ਼ ਉੜੀਸਾ। ਇਹ ਸਾਡੇ ਕੋਲ ਉੜੀਸਾ ਹੈ ਜੀ, ਈਸਟਰ ਜ਼ੋਨ ਦੇ ਵਿੱਚ ਪੈਂਦਾ ਹੈ ਅਤੇ ਇਹ ਸਾਡੇ ਕੋਲ ਇਹਦੀ ਕੈਪੀਟਲ ਹੈ ਭੁਵਨੇਸ਼ਵਰ। ਉਹ ਤੋਂ ਅੱਗੇ ਆ ਜਾਂਦੇ ਆ ਸਾਡਾ ਪੰਜਾਬ। ਪੰਜਾਬ ਦੇ ਵਿੱਚ ਜਿਹੜੇ ਸਾਡੇ ਗਵਰਨਰ ਨੇ ਉਹ ਹੈਗੇ ਨੇ BP ਸਿੰਘ ਬਦਨੌਰ
ਅਤੇ ਸਾਡੇ ਕੋਲ ਇੱਥੇ ਜਿਹੜੇ ਚੀਫ ਮਿਨਿਸਟਰ ਨੇ, ਸਾਡੇ ਚੀਫ ਮਿਨਿਸਟਰ ਨੇ ਕੈਪਟਨ ਅਮਰਿੰਦਰ ਸਿੰਘ। ਟੋਟਲ 117 ਐਮਐਲਏਜ਼ ਪੰਜਾਬ ਦੇ ਵਿੱਚੋਂ ਨਿਕਲਦੇ ਨੇ ਅਤੇ 13 ਐਮਪੀ ਨਿਕਲਦੇ। ਵੈਰੀ ਇੰਪੋਰਟੈਂਟ ਕੁਐਸਚਨ। ਵੀਪੀ ਸਿੰਘ ਬਦਨੌਰ ਹੀ ਚੰਡੀਗੜ੍ਹ ਦੇ ਗਵਰਨਰ ਵੀ ਆ ਜੀ, ਇਹਨਾਂ ਦੇ ਵੱਖਰੇ ਸੀ। ਚੰਡੀਗੜ੍ਹ ਤੇ ਪੰਜਾਬ ਦੇ ਗਵਰਨਰ ਸੇਮ ਨੇ, ਵੀਪੀ ਸਿੰਘ ਬਦਨੌਰ। ਸੋ ਇਸ ਚੀਜ਼ ਨੂੰ ਯਾਦ ਰੱਖਣਾ, ਚੰਡੀਗੜ੍ਹ ਦੇ ਉਹ ਲੈਫਟੀਨੈਂਟ ਗਵਰਨਰ ਆ ਤੇ ਪੰਜਾਬ ਦੇ ਗਵਰਨਰ ਆ। ਹੁਣ ਇਹ ਕੁਐਸਚਨ ਕਿਸੇ ਵੀ ਤਰੀਕੇ ਨਾਲ ਪੁੱਛਣ ਵਾਲਾ ਟ੍ਰਿਕ ਚ ਪਾ ਲਵੇ ਚੈੱਕ ਕਰਨ ਨੂੰ ਕਿ ਕਿੰਨੀ ਕੁ ਨੌਲੇਜ ਆ ਬੰਦੇ ਨੂੰ। ਅੱਗੇ ਸਾਡੇ ਕੋਲ ਆ ਜਾਂਦਾ ਰਾਜਸਥਾਨ। ਰਾਜਸਥਾਨ ਦੀ ਕੈਪੀਟਲ ਜੈਪੁਰ। ਜੈਪੁਰ ਦੇ ਨਾਲ ਕਲਰਾਜ ਮਿਸ਼ਰਾ ਇੱਥੇ ਦੇ ਗਵਰਨਰ ਨੇ, ਅਸ਼ੋਕ ਗਹਿਲੋਤ ਸਾਡੇ ਇੱਥੇ ਦੇ ਚੀਫ ਮਿਨਿਸਟਰ ਨੇ। 200 ਬਿਲਕੁਲ 00 ਵਾਲਾ ਆਂਕੜਾ ਇੱਕੋ ਹੀ ਆਣਾ ਪੂਰੇ ਦੇ ਵਿੱਚ, ਜਿਹੜਾ ਟ੍ਰਿਪਲ ਡਿਜਿਟ ਦੇ ਪਿੱਛੇ 2 ਜ਼ੀਰੋਆਂ ਲੱਗੀਆਂ ਹੋਈਆਂ। ਹੁਣ 200 ਇੱਥੇ ਦੇ ਕੀ ਆ, ਐਮਐਲਏ ਆ ਜੀ, ਤੇ 25 ਐਮਪੀ ਆ। ਰਾਜਸਥਾਨ ਇਹ ਬੜਾ ਵੱਡਾ ਏਰੀਆ ਆ। ਸਾਨੂੰ ਨਾ ਬੜੇ ਜਣਿਆਂ ਨੂੰ ਇਹ ਗਲਤਫਹਿਮੀ ਰਹਿੰਦੀ ਆ ਕਿ ਰਾਜਸਥਾਨ ਸਾਰੇ ਦਾ ਸਾਰਾ ਜਿਹੜਾ ਆ ਜੀ ਉਹ ਡੈਜ਼ਰਟ ਆ। ਰਾਜਸਥਾਨ ਸਾਰਾ ਡੈਜ਼ਰਟ ਨਹੀਂ ਹੈਗਾ ਜੀ, ਆਪਣੇ ਪੰਜਾਬ ਵਾਂਗੂ ਯੂਪੀ ਵਾਂਗੂ ਹਰਿਆ ਭਰਿਆ ਜਿਹਾ ਏਰੀਆ ਹੈ ਰਾਜਸਥਾਨ ਵੀ। ਅਤੇ ਜਿਹੜਾ ਇੱਕ ਉਹਨਾਂ ਦੀ ਡਿਸਟ੍ਰਿਕਟ ਹੈ ਜੈਸਲਮੇਰ, ਜਦੋਂ ਬਾਰਡਰ ਫਿਲਮ ਦੇਖੀ ਹੋਵੇ ਉਹਨੂੰ ਪਤਾ ਹੈ ਕਿ ਜੈਸਲਮੇਰ ਕਿੱਥੇ ਕਰਕੇ ਆ। ਇੱਥੇ ਇੱਕ ਡਿਸਟ੍ਰਿਕਟ ਹੈ ਜੈਸਲਮੇਰ, ਅਤੇ ਉਹੀ ਆ ਜਿਹੜਾ ਰਾਜਸਥਾਨ ਵਾਲਾ ਏਰੀਆ। ਥੋੜਾ ਬਹੁਤਾ ਆਲੇ ਦੁਆਲੇ ਵੀ ਆ, ਲੇਕਿਨ ਮੇਨ ਸਾਡਾ ਜੈਸਲਮੇਰ ਹੀ ਆ ਡਿਸਟ੍ਰਿਕਟ। ਬਾਕੀ ਰਾਜਸਥਾਨ ਹਰਿਆ ਭਰਿਆ ਆ ਟੋਟਲੀ। ਠੀਕ ਹੈ ਜੀ। ਅੱਗੇ ਆ ਜਾਂਦੇ ਆ ਰਾਜਸਥਾਨ ਤੋਂ ਬਾਅਦ ਸਾਡੇ ਕੋਲ ਅੱਗੇ ਆ ਜਾਂਦਾ ਆ ਸਿੱਕਿਮ। ਸਿੱਕਿਮ ਸਿੱਕਿਮ ਦੀ ਕੈਪੀਟਲ ਗੈਂਗਟੌਕ, ਅਤੇ ਗੰਗਾ ਪ੍ਰਸਾਦ ਸਾਡੇ ਕੋਲ ਇੱਥੇ ਦੇ ਗਵਰਨਰ ਆ। ਅਤੇ ਸਾਡੇ ਜਿਹੜੇ ਚੀਫ ਮਿਨਿਸਟਰ ਆ ਪ੍ਰੇਮ ਸਿੰਘ ਤਮੰਗ ਸਾਡੇ ਇੱਥੇ ਦੇ ਚੀਫ ਮਿਨਿਸਟਰ ਆ। ਅਤੇ 32 ਇਹਨਾਂ ਦੇ ਟੋਟਲ ਹੁੰਦੇ ਆ ਨੰਬਰ ਆਫ ਐਮਐਲਏ, ਅਤੇ ਇੱਕ ਇਹਨਾਂ ਦੇ ਹੁੰਦੇ ਆ ਐਮਪੀ। ਮੈਂ ਕਿਹਾ ਸੀਗਾ ਕਿ ਬਹੁਤ ਘੱਟ, ਸਿਰਫ 2 ਹੀ ਹੋਣਗੇ, ਇੱਕ ਗੋਆ ਦੇ ਤੇ ਇੱਕ ਇਹਦੇ ਸਿੱਕਿਮ ਦੇ। ਬਾਕੀਆਂ ਦੇ 40-45 ਤੋਂ ਉੱਤੇ ਉੱਤੇ ਹੀ ਆ। ਸਿਰਫ ਇੱਕ ਮਿਜ਼ੋਰਾਮ ਦੇ ਥੋੜੇ ਜਿਹੇ ਘੱਟ ਆ, ਬਾਕੀ 60 ਤੋਂ ਉੱਪਰ ਹੀ ਜਾਂਦੇ ਨੇ। ਫਿਰ ਆ ਦੇਖੋ ਤ੍ਰਿਪੁਰਾ ਆ ਗਿਆ ਜੀ, ਤ੍ਰਿਪੁਰਾ 60, ਅਸੀਂ ਮੈਪ ਵਿੱਚ ਇਹਨੂੰ ਦੇਖ ਚੁੱਕੇ ਹਾਂ। 2 ਇੱਥੇ ਦੇ ਐਮਪੀ ਆ, ਫਿਰ 60 ਵਾਲੀ ਕਾਊਂਟਿੰਗ ਆ ਗਈ। ਵਿਪਲ ਕੁਮਾਰ ਦੇਵ ਸਾਡੇ ਇੱਥੇ ਦੇ ਚੀਫ ਮਿਨਿਸਟਰ ਆ, ਅਤੇ ਰਮੇਸ਼ ਬਸੀਸ ਸਾਡੇ ਇੱਥੇ ਦੇ ਗਵਰਨਰ ਆ। ਤਮਿਲਨਾਡੂ ਚੇਨਈ 39 ਸੀਟਾਂ, ਮਤਲਬ ਤੁਹਾਡੀ ਚੌਥੀ ਸਟੇਟ ਆ ਗਈ ਜਿਹੜੇ ਬੜੀਆਂ ਸੀਟਾਂ ਨੇ। ਠੀਕ ਹੈ ਜੀ। ਅਤੇ 39 ਸੀਟਾਂ ਤਮਿਲਨਾਡੂ ਦੀਆਂ। ਐਮ ਕੇ ਸਟਾਲਿਨ, ਸਟਾਲਿਨ ਫਿਰ ਤੋਂ ਨੇਮ ਤੁਹਾਨੂੰ ਯਾਦ ਹੋ ਜਾਏਗਾ, ਸਟਾਲਿਨ ਬਿਲੋਂਗਸ ਟੂ ਤਮਿਲਨਾਡੂ। ਅਤੇ ਇੱਥੇ ਦੇ ਸਾਡੀ ਜਿਹੜੇ ਗਵਰਨਰ ਨੇ ਉਹ ਨੇ ਮਿਸਟਰ ਪੁਰੋਹਿਤ, ਬਨਵਾਰੀ ਲਾਲ ਪੁਰੋਹਿਤ। ਕੈਪੀਟਲ ਆ ਸਾਡੀ ਚੇਨਈ। ਉਸ ਤੋਂ ਬਾਅਦ ਸਾਡੇ ਕੋਲ ਥੱਲੇ ਆ ਜਾਂਦਾ ਜੀ ਤੇਲੰਗਾਨਾ। ਤੇਲੰਗਾਨਾ ਹੈਦਰਾਬਾਦ ਇਹਦੀ ਕੈਪੀਟਲ ਹੈ। ਡਾਕਟਰ ਤਿਮਿਲਾਈ ਸੁੰਦਰ ਰਾਜਨਾ ਇੱਥੇ ਦੇ ਸਾਡੇ ਕੋਲ ਗਵਰਨਰ ਨੇ। ਕੇ ਚੰਦਰਸ਼ੇਖਰ ਰਾਓ ਚੀਫ ਮਿਨਿਸਟਰ ਨੇ। 119 ਐਮਐਲਏ ਹੁੰਦੇ ਆ ਤੇ 17 ਐਮਪੀ ਹੁੰਦੇ ਆ। ਤਮਿਲਨਾਡੂ ਅਤੇ ਤੇਲੰਗਾਨਾ ਜਦੋਂ ਅਸੀਂ ਦੇਖਦੇ ਹਾਂ ਦੋਨੋਂ ਨਾਲ ਨਾਲ ਹੀ ਆ, ਅਤੇ ਇੱਥੋਂ ਆਪਾਂ ਥੋੜੀ ਗੱਲ ਵੀ ਇਹਦੀ ਕਰ ਲੈਂਦੇ ਹਾਂ। 2016 ਦੇ ਵਿੱਚ ਤੇਲੰਗਾਨਾ ਵੱਖਰਾ ਹੋਇਆ ਸੀ। ਭਾਸ਼ਾ ਦੇ ਆਧਾਰ ਵਿੱਚ ਪਹਿਲਾ ਬਣਨ ਵਾਲਾ ਰਾਜ ਤਾਂ ਆਂਧਰਾ ਪ੍ਰਦੇਸ਼ ਸੀ, ਅਤੇ ਇਹਦੇ ਹੀ ਭਾਸ਼ਾ ਦੇ ਆਧਾਰ ਤੇ 2 ਟੋਟੇ ਹੋ ਗਏ ਅਤੇ ਬਣ ਗਿਆ ਉਹ ਤੇਲੰਗਾਨਾ। ਤੇਲੰਗਾਨਾ ਦੀ ਕੈਪੀਟਲ ਜਿਹੜੀ ਹੈ ਸਾਡੇ ਕੋਲ ਹੈਦਰਾਬਾਦ ਹੈ। ਸੈਕੰਡ ਆਈਟੀ ਸਿਟੀ ਆਫ ਇੰਡੀਆ ਫॉर ਦਾ ਟਾਈਮ ਬਿੰਗ ਇਹੀ ਆਂਧਰਾ ਪ੍ਰਦੇਸ਼ ਦੀ ਕੈਪੀਟਲ ਹੈ। ਮੈਂ ਦੁਬਾਰਾ ਆਪਣੀ ਕਹੀ ਗਈ ਗੱਲ ਨੂੰ ਵਾਪਸ ਰਿਪੀਟ ਕਰ ਰਿਹਾ ਹਾਂ। ਅੱਗੇ ਉੱਤਰ ਪ੍ਰਦੇਸ਼ 403 ਐਮਐਲਏ ਭਰਿਆ ਪਿਆ ਜੀ, ਵੋਟਾਂ ਆਉਣ ਵਾਲੀਆਂ, ਰੌਲਾ ਸ਼ੁਰੂ ਆ ਖਬਰਾਂ 'ਚ। ਹੁਣ ਯੂਪੀ ਘੁੰਮਣਾ ਹੈ। 80 ਐਮਪੀ, ਕਹਿ ਲਓ ਕਿ ਅੱਧੀ ਸਰਕਾਰ ਇੱਥੇ ਹੀ ਆ। ਯੋਗੀ ਆਦਿੱਤਿਆਨਾਥ ਚੀਫ ਮਿਨਿਸਟਰ, ਆਨੰਦੀਬੈਨ ਪਟੇਲ ਜੋ ਮੱਧ ਪ੍ਰਦੇਸ਼ ਦੇ ਵੀ ਗਵਰਨਰ ਆ, ਉਹ ਇੱਥੇ ਨਾਮ ਉਹਨਾਂ ਦਾ ਦੁਬਾਰਾ ਰਿਪੀਟ ਹੋ ਗਿਆ। ਉਸ ਤੋਂ ਅੱਗੇ ਆ ਗਏ ਸਾਡੇ ਕੋਲ ਉੱਤਰਾਖੰਡ। ਉੱਤਰਾਖੰਡ ਦੀ ਕੈਪੀਟਲ ਦੇਹਰਾਦੂਨ। ਮੈਂ 2 ਇਕੱਠੇ ਇਸ ਕਰਕੇ ਕਰਾ ਰਿਹਾ, ਮੈਂ ਤੁਹਾਨੂੰ ਇਹਦੇ ਬਾਰੇ ਅੱਗੇ ਦੱਸੂਗਾ ਕਿ ਜਿਹੜਾ ਸਾਡੇ ਕੋਲ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਆ ਉਹ ਵੱਖਰੇ ਵੱਖਰੇ ਇੱਕੋ ਹੀ ਸਟੇਟ 'ਚ ਹੋਏ ਆ। ਜਿੱਦਾਂ ਆਪਾਂ ਕਹੀਏ ਕਿ ਵੈਨ ਡਿਡ ਉੱਤਰ ਪ੍ਰਦੇਸ਼ ਗੈਟ ਸੈਪਰੇਟਡ ਫਰੋਮ ਉੱਤਰਾਖੰਡ। ਸੋ ਸਾਡੇ ਕੋਲ ਇਹਦਾ ਇੱਕ ਆ ਜਾਂਦਾ ਕਿ ਉੱਤਰ ਪ੍ਰਦੇਸ਼ ਕਦੋਂ ਜਿਹੜਾ ਆ ਕਿ ਉੱਤਰਾਖੰਡ ਦੇ ਕੋਲੋਂ ਕਦੋਂ ਵੱਖਰਾ ਹੋਇਆ। ਉਹ ਸੀਗਾ ਸਾਲ ਸਾਡੇ ਕੋਲ 9 ਨਵੰਬਰ ਤੇ 2000 9 ਨਵੰਬਰ 2000 ਦੇ ਵਿੱਚ ਜਿਹੜਾ ਉੱਤਰਾਖੰਡ ਆ ਉੱਤਰ ਪ੍ਰਦੇਸ਼ ਤੋਂ ਵੱਖਰਾ ਹੋਇਆ। ਪਹਿਲਾਂ ਇਹ ਉੱਤਰ ਪ੍ਰਦੇਸ਼ ਦਾ ਹੀ ਇੱਕ ਹਿੱਸਾ ਹੁੰਦਾ ਸੀਗਾ ਜੀ। ਦੇਹਰਾਦੂਨ ਕੈਪੀਟਲ ਆ, ਬੇਬੀ ਰਾਣੀ ਮੌਰਿਆ ਗਵਰਨਰ ਆ। ਤੀਰਥ ਸਿੰਘ ਰਾਵਰ ਸਾਡੇ ਇੱਥੇ ਦੇ ਚੀਫ ਮਿਨਿਸਟਰ ਆ। 70 ਸਾਡੇ ਕੋਲ ਇੱਥੇ ਟੋਟਲ ਐਮਐਲਏ ਆ ਤੇ ਇੱਕ ਐਮਪੀ ਸਾਡੇ ਕੋਲ ਮੌਜੂਦ ਆ। ਅੱਗੇ ਸਾਡੇ ਕੋਲ ਆ ਜਾਂਦਾ ਵੈਸਟ ਬੰਗਾਲ। ਵੈਸਟ ਬੰਗਾਲ ਦੀ ਕੈਪੀਟਲ ਕੋਲਕਾਤਾ। ਜਗਨਦੀਪ ਧਨਕਰ ਸਾਡੇ ਇੱਥੇ ਦੇ, ਧਨਕਰ ਹੁਣੀ ਬੜਾ ਨਿਊਜ਼ ਦੇ ਵਿੱਚ ਨੇ ਸਾਡੇ ਇਹ। ਧਨਕਰ ਇੱਥੇ ਦੇ ਗਵਰਨਰ ਨੇ। ਮਮਤਾ ਬੈਨਰਜੀ ਸਾਡੇ ਕੋਲ ਇੱਥੇ ਦੀ ਚੀਫ ਮਿਨਿਸਟਰ ਨੇ। 294 ਟੋਟਲ ਐਮਐਲਏ ਅਤੇ 10 ਐਮਪੀਜ਼ ਨੇ। ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਵੈਸਟ ਬੰਗਾਲ ਦੇਖ ਲਈਏ। ਵੈਸਟ ਬੰਗਾਲ ਆ ਜੀ ਸਾਡਾ ਵੈਸਟ ਬੰਗਾਲ। ਕੋਲਕਾਤਾ, ਜਿਹਨੇ ਹਿਸਟਰੀ ਪੜ੍ਹੀ ਹੈ ਬੜਾ ਨਾਮ ਰਿਪੀਟ ਸੁਣਿਆ ਹੋਣਾ, ਕਿਉਂਕਿ ਇੱਥੋਂ ਹੀ ਅੰਗਰੇਜ਼ਾਂ ਨੇ ਆਪਣਾ ਰਾਜ ਨੂੰ ਫੈਲਾਉਣਾ ਸ਼ੁਰੂ ਕੀਤਾ ਸੀ। ਅਤੇ ਇੱਧਰ ਆ ਜਾਈਏ ਜੇ ਆਪਾਂ, ਆ ਜਿਹੜਾ ਉੱਪਰਲਾ ਪਹਾੜੀ ਵਾਲਾ ਏਰੀਆ ਹੈ ਜੀ ਸਾਡੇ ਕੋਲ,
ਇਹ ਸਾਰੇ ਦਾ ਸਾਰਾ ਹੈਗਾ ਜੀ ਉੱਤਰਾਖੰਡ। ਆ ਕਹ ਲਓ ਕਿ ਇਹਦੀ ਡਿਵਾਈਡੇਸ਼ਨ ਹੀ ਇਦਾਂ ਹੋਈ ਸੀ, ਇੱਥੇ ਪਹਾੜੀ ਪਹਾੜੀ ਆ, ਸਾਰੀ ਪਹਾੜੀ 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 ਆ, ਤੇ ਥੱਲੇ ਸਾਡੇ ਕੋਲ ਪਲੇਨ ਏਰੀਆ ਆ ਜਿਹੜਾ, ਉਹਨੂੰ ਅਸੀਂ ਉੱਤਰ ਪ੍ਰਦੇਸ਼ ਰਹਿਣ ਦਿੱਤਾ ਸੀ। ਇਹਦਾ ਇੱਕ ਹੋਰ ਚੀਜ਼ ਯਾਦ ਰੱਖਣਾ, ਇਹਦੀ ਕੈਪੀਟਲ ਇੱਕ ਤਾਂ ਦੇਹਰਾਦੂਨ ਹੈ, ਇੱਕ ਇਹਦੀ ਇੱਥੇ ਇੱਕ ਕਰਕੇ ਸਾਡੇ ਕੋਲ ਸਮਰ ਕੈਪੀਟਲ ਵੀ ਬਣੀ ਹੈ, ਉਹਦਾ ਨਾਮ ਹੈ ਗੈਰਸਿਨ, ਉਸਦਾ ਨਾਮ ਵੀ ਯਾਦ ਰੱਖਣਾ। ਉੱਤਰ ਪ੍ਰਦੇਸ਼ ਦੀਆਂ ਦੋ ਕੈਪੀਟਲਸ ਦੇਹਰਾਦੂਨ ਅਤੇ ਗੈਰਸਿਨ। ਠੀਕ ਹੈ ਜੀ, ਐਂਡਲੇ ਵੱਲ ਚੱਲਦੇ ਹਾਂ। ਲਗਭਗ ਸਟੇਟ ਸਾਡੀਆਂ ਖਤਮ ਹੀ ਆ, ਵੀਡੀਓ ਲਗਭਗ 25 ਕੁ ਮਿੰਟ ਦੀ ਹੋ ਚੁੱਕੀ ਆ, ਤੇ ਅੱਗੇ ਸਾਡੇ ਕੋਲ ਹੈਗਾ ਵੈਸਟ ਬੰਗਾਲ। ਉੱਤਰਾਖੰਡ ਤੋਂ ਬਾਅਦ ਵੈਸਟ ਬੰਗਾਲ, ਇਹ ਵੀ ਹੋ ਗਿਆ ਸਾਡੇ ਕੋਲ। ਅੱਗੇ ਆ ਜਾਂਦੀਆਂ ਸਾਡੇ ਕੋਲ ਯੂਟੀਜ਼। ਯੂਟੀਜ਼ ਆ ਰਹੀਆਂ ਸਾਡੇ ਕੋਲ ਟੋਟਲ 8 ਯੂਟੀਜ਼ ਆ। ਅੰਡੇਮਾਨ ਨਿਕੋਬਾਰ, ਪੋਰਟ ਬਲੇਅਰ, ਪਹਿਲਾਂ ਆਪਾਂ ਇਹਨਾਂ ਦੇ ਨਾਮ ਕਰ ਲੈਂਦੇ ਹਾਂ, ਫਿਰ ਮੈਂ ਸਾਰਿਆਂ ਦੀ ਪੋਜੀਸ਼ਨ ਅਤੇ ਇਹਨਾਂ ਦਾ ਡਾਟਾ ਦੱਸਦਾ ਰਹੂੰਗਾ। ਅੰਡੇਮਾਨ ਨਿਕੋਬਾਰ ਦੀ ਜਿਹੜੀ ਹੈਗੀ ਆ ਜੀ ਕੈਪੀਟਲ ਪੋਰਟ ਬਲੇਅਰ। ਇੱਥੇ ਦੇ ਲੈਫਟੀਨੈਂਟ ਗਵਰਨਰ ਨੇ ਸ਼੍ਰੀ ਦੇਵਰਾਜ ਕੁਮਾਰ, ਇੱਕ ਇੱਥੋਂ ਐਮਪੀ ਨਿਕਲਦੇ ਨੇ। ਚੰਡੀਗੜ੍ਹ ਵੀਪੀ ਸਿੰਘ ਬਦਨੌਰ, ਮੈਂ ਉੱਪਰ ਦੱਸਿਆ ਹੋਇਆ ਸੀਗਾ ਜੀ, ਇੱਕ ਐਮਪੀ ਆ ਸ਼੍ਰੀ ਕਿਰਨ ਖੇਰ ਇੱਥੋਂ। ਦਾਦਰ ਨਗਰ ਹਵੇਲੀ, ਦਮਨ ਇਹਨਾਂ ਦੀ ਕੈਪੀਟਲ ਹੈ। ਦਮਨ ਐਂਡ ਦਿਊ ਤੇ ਦਾਦਰ ਨਗਰ ਹਵੇਲੀ, ਇਹੀ ਸਭ ਤੋਂ ਕਨਫਿਊਜ਼ਨ ਪਾਰਟ ਰਹਿੰਦਾ ਹੈ ਜੀ ਬੱਚਿਆਂ ਨੂੰ, ਕਿ ਦੋ ਯੂਨੀਅਨ ਟੈਰੀਟਰੀ ਹੈ। ਨਹੀਂ, ਜਦੋਂ ਆਪਾਂ ਜੰਮੂ ਐਂਡ ਕਸ਼ਮੀਰ ਬਣਾਇਆ ਸੀ, ਉਦੋਂ ਇਹ ਦੋ ਯੂਨੀਅਨ ਟੈਰੀਟਰੀ ਨੂੰ ਵੀ ਅਸੀਂ ਇੱਕ ਯੂਨੀਅਨ ਟੈਰੀਟਰੀ ਬਣਾ ਦਿੱਤਾ। ਦੋ ਹੀ ਇੱਥੋਂ ਨੰਬਰ ਆਫ ਐਮਪੀ ਆਉਂਦੇ ਆ। ਸ਼੍ਰੀ ਪ੍ਰਫੁੱਲ ਪਟੇਲ ਸਾਡੇ ਕੋਲ ਇੱਥੇ ਦੇ ਗਵਰਨਰ ਆ। ਦਿੱਲੀ, ਦਿੱਲੀ ਦੇ ਵਿੱਚ ਜੀ ਸਾਡੇ ਕੋਲ ਲੈਜਿਸਲੇਟਿਵ ਅਸੈਂਬਲੀ ਵੀ ਆ। ਅਰਵਿੰਦ ਕੇਜਰੀਵਾਲ ਸੀਐਮ ਆ, ਅਤੇ ਸਾਡੇ ਕੋਲ ਅਨਿਲ ਬੈਜਲ ਇੱਥੇ ਦੇ ਲੈਫਟੀਨੈਂਟ ਗਵਰਨਰ ਨੇ। 70 ਐਮਪੀ ਹੁੰਦੇ ਨੇ ਦਿੱਲੀ ਦੇ ਵਿੱਚ, 7 ਐਮਐਲਏ ਹੁੰਦੇ ਆ। 7 ਦੇ 7 ਐਮਐਲਏ ਬੀਜੇਪੀ ਨੂੰ ਬਿਲੋਂਗ, ਐਮਪੀ ਜਿਹੜੇ ਆ ਬੀਜੇਪੀ ਨੂੰ ਬਿਲੋਂਗ ਕਰਦੇ ਆ, ਅਤੇ 63 ਜਿਹੜੇ ਸਾਡੇ ਕੋਲ ਇੱਥੇ ਹੈਗੇ ਆ ਐਮਐਲਏ, ਉਹ ਕੇਜਰੀਵਾਲ ਸਰਕਾਰ ਨੂੰ ਬਿਲੋਂਗ ਕਰਦੇ ਆ। ਜੰਮੂ ਐਂਡ ਕਸ਼ਮੀਰ, ਸ਼੍ਰੀਨਗਰ ਤੇ ਜੰਮੂ ਦੋ ਕੈਪੀਟਲਸ ਨੇ। ਮਨੋਜ ਸਿਨਹਾ ਸਾਡੇ ਕੋਲ ਇੱਥੇ ਦੇ ਲੈਫਟੀਨੈਂਟ ਗਵਰਨਰ ਨੇ, ਅਤੇ 5 ਐਮਪੀਸ ਜੰਮੂ ਐਂਡ ਕਸ਼ਮੀਰ ਚੋਂ ਨਿਕਲਦੇ ਨੇ। ਲਕਸ਼ਦੀਪ ਕੈਪੀਟਲ ਜਿਹੜੀ ਆ ਕਵਾਰਤੀ ਆ। ਸ਼੍ਰੀ ਪ੍ਰਫੁੱਲ ਖੋੜਾ ਪਟੇਲ ਇੱਥੇ ਦੇ ਗਵਰਨਰ ਆ, ਅਤੇ ਇੱਕ ਸਾਡੇ ਕੋਲ ਇੱਥੇ ਐਮਪੀ ਹੁੰਦਾ ਹੈ। ਲੱਦਾਖ, ਲੇਹ, ਸ਼੍ਰੀ ਕ੍ਰਿਸ਼ਨਾ, ਸ਼੍ਰੀ ਰਾਧੇ ਕ੍ਰਿਸ਼ਨਾ, ਨਾਮ ਯਾਦ ਰਹੇਗਾ ਬੜੇ ਆਰਾਮ ਨਾਲ, ਇੱਕ ਸਾਡੇ ਕੋਲ ਇੱਥੇ ਦੇ ਐਮਪੀ ਨੇ। ਪੁਡੂਚੇਰੀ, ਪੁਡੂਚੇਰੀ ਦੀ ਕੈਪੀਟਲ ਪੁਡੂਚੇਰੀ ਹੀ ਹੈ, ਪੌਂਡੂਚੇਰੀ ਜਿਹਨੂੰ ਅਸੀਂ ਕਈ ਵਾਰੀ ਕਹਿ ਦਈਦਾ ਆ। ਸ਼੍ਰੀ ਥਲਾਈ ਸੁੰਦਰਾਜਨ, ਅਤੇ ਇੱਥੇ ਵੀ ਸਾਡੇ ਕੋਲ 30 ਐਮਐਲਏ ਮਿਲਦੇ ਆ, ਅਤੇ ਚੀਫ ਮਿਨਿਸਟਰ ਨੇ ਰੰਗਾ ਸਵਾਮੀ। ਫਿਰ ਤਾਂ ਸਾਊਥ ਇੰਡੀਆ ਦਾ ਨੇਮ ਹੈ, ਤੁਹਾਨੂੰ ਆਰਾਮ ਨਾਲ ਯਾਦ ਹੋ ਜਾਣਾ ਚਾਹੀਦਾ। ਠੀਕ ਹੈ ਜੀ, ਵਾਪਸ ਆਉਂਦੇ ਆ ਯੂਨੀਅਨ ਟੈਰੀਟਰੀਜ਼ ਦੀ, ਤੇ ਕਿਹੜੀ ਯੂਨੀਅਨ ਟੈਰੀਟਰੀ ਕਿੱਥੇ ਆ ਇੱਕ ਵਾਰੀ ਨਜ਼ਰ ਮਾਰ ਲਈਏ। ਆ ਸਾਡੇ ਕੋਲ ਜੰਮੂ ਐਂਡ ਕਸ਼ਮੀਰ ਆ ਜੀ, ਆਪਾਂ ਮੈਪ 'ਚ ਦੇਖਿਆ ਹੋਇਆ ਹੈ। ਚੰਡੀਗੜ੍ਹ ਹੋ ਗਿਆ, ਦਿੱਲੀ ਹੋ ਗਿਆ, ਅਤੇ ਲੇਹ ਹੋ ਗਿਆ। ਇਹ ਸਾਡੀਆਂ 4 ਯੂਨੀਅਨ ਟੈਰੀਟਰੀ ਕੱਲੀਆਂ ਨਾਰਥ ਜ਼ੋਨ ਦੇ ਵਿੱਚ ਹੀ ਆ। ਉਸ ਤੋਂ ਬਾਅਦ ਅਸੀਂ ਥੱਲੇ ਆ ਜਾਈਏ ਜੀ, ਤਾਂ ਆ ਸਾਡੇ ਕੋਲ ਆ ਅੰਡੇਮਾਨ ਐਂਡ ਨਿਕੋਬਾਰ। ਆ ਸਾਰਾ ਸਾਡੇ ਕੋਲ ਅੰਡੇਮਾਨ ਅਤੇ ਨਿਕੋਬਾਰ ਹੈ। ਇਹ ਜਿਹੜਾ ਅੰਡੇਮਾਨ ਨਿਕੋਬਾਰ ਹੈ, ਇਹ 'ਚ ਹੀ ਸਾਡੇ ਇੰਡੀਆ ਦਾ ਸਭ ਤੋਂ ਲੋਐਸਟ ਪਾਰਟ, ਜਿੱਥੇ ਮੈਂ ਡਾਟ ਲਾਤਾ ਜ਼ਰਾ ਵੱਡਾ ਲੱਗ ਗਿਆ, ਦਿਸ ਇਜ਼ ਇੰਦਰਾ ਪੁਆਇੰਟ। ਇੰਡੀਆ ਦਾ ਸਭ ਤੋਂ ਥੱਲੜਾ ਪਾਰਟ ਕਿਹੜਾ ਹੈ ਜੀ? ਇੰਦਰਾ ਪੁਆਇੰਟ। ਇਸ ਚੀਜ਼ ਨੂੰ ਪਲੀਜ਼ ਯਾਦ ਰੱਖਣਾ। ਉਸ ਤੋਂ ਬਾਅਦ ਵਾਪਸ ਆਉਂਦੇ ਆ ਜੀ, ਇੱਧਰ ਸਾਡੇ ਕੋਲ ਲਕਸ਼ਦੀਪ ਆ, ਅਗਲੀ ਸਾਡੀ ਯੂਨੀਅਨ ਟੈਰੀਟਰੀ, ਅਤੇ ਜਿੱਥੇ ਪ੍ਰਫੁੱਲ ਖੋੜਾ ਜੀ ਸਾਡੇ ਲੈਫਟੀਨੈਂਟ ਗਵਰਨਰ ਨੇ, ਅਤੇ ਕਵਾਰਤੀ ਇੱਥੇ ਦੀ ਕੈਪੀਟਲ ਹੈ। ਇੱਧਰ ਆ ਜਾਂਦੀ ਹੈ ਜੀ ਆ ਜਿਹੜੀਆਂ ਜੁਆਇੰਟ ਕੀਤੀਆਂ ਆ ਜਗ੍ਹਾ ਦੇ ਉੱਤੇ, ਮੈਂ ਹੁਣ ਪੁਆਇੰਟ ਲਾ ਰਿਹਾ, ਤੇ ਇਸ ਵਾਰ ਮੈਂ ਪੁਆਇੰਟ ਛੋਟਾ ਲਾਉਂਗਾ। ਇਹ ਆ ਜੀ ਸਾਡੇ ਕੋਲ ਦਿਊ, ਆ ਸਾਡੇ ਕੋਲ ਦਮਨ, ਤੇ ਆ ਜੀ ਜਿਹੜਾ ਮੈਂ ਗੋਲਾ ਬਣਾਇਆ ਜਾਂ ਦਾਦਰ ਨਗਰ ਹਵੇਲੀ। ਪਹਿਲਾਂ ਆ ਦਾਦਰ ਨਗਰ ਹਵੇਲੀ, ਦਾਦਰ ਐਂਡ ਨਗਰ ਹਵੇਲੀ, ਤੇ ਇਹ ਇੱਕ ਯੂਨੀਅਨ ਟੈਰੀਟਰੀ ਸੀ। ਦਮਨ ਐਂਡ ਦਿਊ ਇੱਕ ਯੂਨੀਅਨ ਟੈਰੀਟਰੀ ਸੀ। ਹੁਣ ਇਹਨਾਂ ਦੋਨਾਂ ਨੂੰ ਕੰਬਾਈਨ ਕਰਕੇ, ਮਤਲਬ 4 ਨਾਮਾਂ ਨੂੰ ਕੰਬਾਈਨਡ ਕਰਕੇ ਇੱਕ ਯੂਨੀਅਨ ਟੈਰੀਟਰੀ ਬਣਾ ਦਿੱਤੀ ਗਈ ਆ। ਇਸ ਚੀਜ਼ ਦਾ ਪਲੀਜ਼ ਥੋੜਾ ਜਿਹਾ ਖਿਆਲ ਰੱਖਣਾ, ਜੇ ਪੇਪਰ 'ਚ ਕੁਐਸਚਨ ਆ ਜਾਏ ਤਾਂ ਥੋੜਾ ਧਿਆਨ ਨਾਲ ਅਟੈਂਪਟ ਕਰਨਾ। ਨਾਓ ਸਭ ਤੋਂ ਇੰਟਰਸਟਿੰਗ ਪਾਰਟ ਚੱਲਦੇ ਹਾਂ, ਪੁਡੂਚੇਰੀ। ਪੁਡੂਚੇਰੀ ਪਹਿਲੀ ਗੱਲ ਤਾਂ ਜੀ ਇੱਕ ਕੱਲਾ ਯੂਨੀਅਨ ਟੈਰੀਟਰੀ ਨਹੀਂ ਹੈਗਾ, ਇੱਥੇ ਹੈਗਾ ਪੁਡੂਚੇਰੀ, ਜਿਹਨੂੰ ਅਸੀਂ ਪੌਂਡੂਚੇਰੀ ਵੀ ਕਹਿ ਦਿੰਦੇ ਹਾਂ। ਇਹਦੇ ਨਾਲ ਹੀ ਬਿਲਕੁਲ ਥੱਲੇ ਹੈਗਾ ਕਰੀਕਲਾ। ਕਰੀਕਲ ਇੱਥੇ ਦਾ ਕੀ ਹੈ ਜੀ? ਅਗਲੀ ਇੱਕ ਸ਼ਹਿਰ ਆ ਜਿਹੜਾ ਪੁਡੂਚੇਰੀ ਦੇ ਅੰਡਰ ਆਉਂਦਾ ਹੈ। ਇਹ ਫਿਰ ਆਂਧਰਾ ਪ੍ਰਦੇਸ਼ 'ਚ ਇੱਕ ਜਿਹੜਾ ਏਰੀਆ ਹੈਗਾ, ਉਹਦਾ ਨਾਮ ਹੈ ਯੰਨਮ, ਉਹ ਪੁਡੂਚੇਰੀ 'ਚ ਆਉਂਦਾ ਹੈ। ਫਿਰ ਸਾਡੇ ਕੋਲ ਇੱਥੇ ਮਾਹੇ ਇੱਕ ਨਾਮ ਦਾ ਸ਼ਹਿਰ ਹੈ, ਜਿਹੜਾ ਕਿ ਇਹਦੇ ਵਿੱਚ ਹੈਗਾ ਕੇਰਲਾ 'ਚ, ਲੇਕਿਨ ਇਹ ਵੀ ਕਿਹ 'ਚ ਆਉਂਦਾ? ਪੁਡੂਚੇਰੀ। ਸੋ 1 2, ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ 3, ਉਸ ਤੋਂ ਬਾਅਦ ਆ ਜਾਂਦਾ ਸਾਡੇ ਕੋਲ 4 ਡਿਫਰੈਂਟ ਸ਼ਹਿਰ ਨੂੰ ਮਿਲਾ ਕੇ ਇੱਕ ਪੁਡੂਚੇਰੀ ਬਣਦਾ। ਨਾਓ ਆਈ ਐਮ ਗੋਇੰਗ ਟੂ ਸੈਪਰੇਟ, ਇਹਨਾਂ ਸਾਰੀਆਂ ਚੀਜ਼ਾਂ 'ਚੋਂ ਸੈਪਰੇਟ ਕਰਕੇ ਮੈਂ ਤੁਹਾਨੂੰ ਜ਼ੋਨ ਵਾਈਜ਼ ਇੱਕ ਚੀਜ਼ ਬਣਾ ਕੇ ਦੱਸ ਦੂੰਗਾ ਕਿ ਜ਼ੋਨ 'ਚ ਕਿਹੜੇ ਕਿਹੜੇ ਏਰੀਏ ਆਉਂਦੇ ਨੇ। ਆ ਸਾਡੇ ਕੋਲ ਹੈਗੀ ਹੈ ਜੀ ਨਾਰਥ ਜ਼ੋਨ, ਆ ਸਾਰੀ ਹੈ ਸਾਡੇ ਕੋਲ ਨਾਰਥ ਜ਼ੋਨ। ਇਸ ਤੋਂ ਬਾਅਦ ਆ ਥੱਲੇ ਨੂੰ ਜੇ ਅਸੀਂ ਇੱਥੋਂ ਜਾਈਏ ਤਾਂ ਸਾਰਾ ਮਹਾਰਾਸ਼ਟਰ ਅਤੇ ਗੋਆ ਪਾ ਕੇ ਸਾਡੇ ਕੋਲ ਆ ਜਾਂਦੀ ਆ ਵੈਸਟ ਜ਼ੋਨ। ਉਸ ਤੋਂ ਬਾਅਦ ਆ ਜਿਹੜੀ ਇੱਥੋਂ ਜੇ ਅਸੀਂ ਇੱਦਾਂ ਕਰਕੇ ਅਸੀਂ ਲਾਈਨ ਨੂੰ ਘੁਮਾ ਦਈਏ ਤਾਂ ਇਹ ਸਾਡੇ ਕੋਲ ਆ ਜਾਂਦੀ ਹੈ ਸੈਂਟਰਲ ਜ਼ੋਨ। ਫਿਰ ਉਸ ਤੋਂ ਬਾਅਦ ਆ ਜਿਹੜੀ ਹੈ ਜੀ ਸਾਡੇ ਕੋਲ ਇੱਥੋਂ ਇਹ ਸਾਡੇ ਕੋਲ ਆ ਜਾਂਦੀ ਹੈ ਈਸਟਰਨ ਜ਼ੋਨ, ਅਤੇ ਐਂਡ ਦੇ ਵਿੱਚ ਆ ਸਾਰਾ ਸਾਡੇ ਕੋਲ ਆ ਜਾਂਦਾ ਹੈ ਸਾਊਥਰਨ ਜ਼ੋਨ, ਅਤੇ ਆ ਸਾਡੇ ਕੋਲ ਆ ਜਾਂਦਾ ਜੀ ਨਾਰਥ ਈਸਟ ਜ਼ੋਨ।
NE। ਹੁਣ ਸਾਡੇ ਕੋਲ ਇਹਦੇ ਵਿੱਚ ਇੱਕ ਸ਼ਹਿਰ ਰਹਿ ਗਿਆ। ਦਿਸ ਇਜ਼ ਸਿੱਕਿਮ, ਇੱਕ ਅਲੱਗ ਸਟੇਟ ਆ ਜਿਹੜੀ ਨਾਰਥ ਈਸਟ ਨੂੰ ਹੀ ਬਿਲੋਂਗ ਕਰਦੀ ਆ। ਸੈਵਨ ਸਿਸਟਰ ਦਾ ਨਾਮ ਆਵੇ ਤਾਂ ਸਿਰਫ ਇਹੀ ਏਰੀਆ ਦਾ ਨਾਮ ਦੇਣਾ ਜੀ। ਤੇ ਜਦੋਂ ਟੋਟਲ ਆਵੇ ਨਾਰਥ ਈਸਟ 'ਚ ਕਿੰਨੀਆਂ ਸਟੇਟਸ ਆ, 8 ਸਟੇਟ ਆ, ਤਾਂ ਉਹਦੇ ਵਿੱਚ ਇੱਕ ਸਿੱਕਿਮ ਨੂੰ ਐਡ ਕਰ ਦੇਣਾ। ਠੀਕ ਹੈ ਜੀ। ਕਮੈਂਟ ਕਰਕੇ ਤੁਸੀਂ ਮੈਨੂੰ ਪਲੀਜ਼ ਦੱਸੋ ਕਿ ਕਿਹੜੀ ਜ਼ੋਨ 'ਚ ਕਿੰਨੀਆਂ ਨੰਬਰ ਆਫ ਸਟੇਟਸ ਆਉਂਦੀਆਂ ਨੇ, ਤਾਂ ਕਿ ਇੱਕ ਵਾਰੀ ਤੁਹਾਡੀ ਵੀ ਪ੍ਰੈਕਟਿਸ ਹੋ ਜਾਏ, ਐਗਜ਼ਾਮ ਪਰਪਸ ਨਾਲ ਹੋ ਜਾਏ। ਥੈਂਕ ਯੂ ਫॉर ਵਾਚਿੰਗ ਵੀਡੀਓ। ਜੇ ਇੱਥੇ ਕਿਸੇ ਵੀ ਨੂੰ ਵੀ ਕਿਸੇ ਵਿੱਚ ਕਿਸੇ ਤਰੀਕੇ ਦਾ ਲੋੜ ਹੈ ਤਾਂ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਆ। ਟੈਲੀਗ੍ਰਾਮ ਦੇ ਉੱਪਰ ਵੀ ਮੈਂ ਅਵੇਲੇਬਲ ਹਾਂ ਜੀ। ਟੈਲੀਗ੍ਰਾਮ ਦੇ ਉੱਤੇ ਜਾ ਕੇ ਤੁਸੀਂ ਸਰਚ ਕਰੋ JAE ਕਲਾਸਿਸ, ਤਾਂ ਤੁਹਾਨੂੰ ਉਹਦੇ ਵਿੱਚ ਇੱਕ ਓਪਨ ਗਰੁੱਪ ਮਿਲ ਜਾਏਗਾ ਜਿੱਥੇ ਤੁਹਾਨੂੰ ਡੇਲੀ ਕਰੰਟ ਅਫੇਅਰ ਵਗੈਰਾ ਆਉਂਦੇ ਰਹਿਣਗੇ। ਥੈਂਕਸ ਫॉर ਵਾਚਿੰਗ ਮਾਈ ਵੀਡੀਓ। ਚੈਨਲ ਚੰਗਾ ਲੱਗੇ ਹੋਵੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ। ਜਿੱਦਾਂ ਵੀ ਤੁਹਾਨੂੰ ਚੰਗਾ ਲੱਗੇ ਲਾਈਕ ਕਰ ਦਿਓ, ਨਹੀਂ ਚੰਗਾ ਲੱਗੇ ਡਿਸਲਾਈਕ ਕਰ ਦਿਓ, ਕੋਈ ਪ੍ਰੋਬਲਮ ਨਹੀਂ ਹੈ ਜੀ। ਜਿੱਦਾਂ ਤੁਹਾਨੂੰ ਸਹੀ ਲੱਗਦਾ ਉਸ ਤਰੀਕੇ ਦੇ ਨਾਲ ਕਰਦੇ ਹੋ। ਤੇ ਹੋਰ ਵੀ ਵੀਡੀਓਜ਼ ਆਣਗੀਆਂ। ਇੱਕ ਬੂਸਟਰ ਮਤਲਬ ਕਿ ਮੇਰੀ ਕੋਸ਼ਿਸ਼ ਆ ਕਿ ਜ਼ਿਆਦਾ ਤੋਂ ਜ਼ਿਆਦਾ ਵੀਡੀਓਜ਼ ਪਾ ਕੇ ਆਪ ਜਿਹੜੇ ਹੁਣ ਪੇਪਰ ਤੱਕ ਦੀ ਇੱਕ ਬੇਸਿਕ ਜੀਕੇ ਦੀ ਕਵਰ ਕਰ ਦੀ ਗਈ, ਉਹ 'ਚੋਂ ਕਾਫੀ ਕੁਐਸਚਨ ਆ ਜਾਣ। ਆਪਾਂ ਅਗਲੀ ਵੀਡੀਓ ਜਿਹੜੀ ਕਰਾਂਗੇ ਉਹਦੇ ਵਿੱਚ ਲਗਭਗ ਸਾਡੇ ਕੋਲ 200 ਕੁਐਸਚਨਾਂ ਦੀ ਸੀਰੀਜ਼ ਹੈ, ਜੋ ਕਿ ਅਸੀਂ ਛੇਤੀ ਕਵਰ ਕਰਾਂਗੇ। ਲਗਭਗ 1.5 ਘੰਟੇ ਦੀ ਵੀਡੀਓ ਹੋਏਗੀ ਵਿਦ PDF, ਤੁਹਾਨੂੰ ਜਿਹੜੀ ਹੈ ਟੈਲੀਗ੍ਰਾਮ ਗਰੁੱਪ ਤੋਂ ਮਿਲ ਜਾਏਗੀ। ਨਾਲੋਂ ਨਾਲ ਫੈਕਟਸ ਐਂਡ ਫਿਗਰ ਚੱਲਦੀਆਂ ਰਹਿਣਗੀਆਂ ਜੀ। ਕਾਪੀ ਪੈਨ ਲਾਓ, ਬੈਠੋ, ਨੋਟਸ ਬਣਾਓ, याद करो, ਅਤੇ PDF ਜਿਹੜੀ ਆ ਬੈਕਅਪ ਜ਼ਰੂਰ ਰੱਖੋ। ਥੈਂਕ ਯੂ ਫॉर ਵਾਚਿੰਗ ਵੀਡੀਓ। ਹੋਪ ਯੂ ਆਲ ਵਿਲ ਬੀ ਆਲ ਰਾਈਟ। ਧੰਨਵਾਦ।